ਗੁੱਡ ਮਾਰਨਿੰਗ ਸਟੂਡੈਂਟਸ। ਬੇਟਾ ਅੱਜ ਜੋ ਆਪਾਂ ਕੁਐਸਚਨ ਕਰਨ ਜਾ ਰਹੇ ਹਾਂ ਉਹ ਕੁਐਸਚਨ ਹੈ ਬ੍ਰਿਟਿਸ਼ ਸੰਵਿਧਾਨ ਸੰਯੋਗ ਅਤੇ ਯੋਜਨਾ ਦੀ ਸੰਤਾਨ ਹੈ, ਵਿਆਖਿਆ ਕਰੋ। ਕਮੈਂਟ ਬਾਕਸ ਵਿੱਚ ਬੱਚੇ ਕਾਫੀ ਪੁੱਛ ਰਹੇ ਸੀ ਕਿ ਮੈਡਮ ਇਸ ਤਰ੍ਹਾਂ ਅਗਰ ਜੇ ਕੁਐਸਚਨ ਆ ਜਾਂਦਾ ਹੈ ਤੇ ਅਸੀਂ ਇਹਦੇ ਵਿੱਚ ਕੀ ਲਿਖੀਏ, ਕਿਉਂਕਿ ਕੁਐਸਚਨ ਜਿਹੜਾ ਹੈਗਾ ਕਾਫੀ ਮੋਲਡ ਹੋ ਕੇ ਆਇਆ ਹੈ। ਮੋਲਡ ਦਾ ਭਾਵ ਕਿ ਇਹ ਜਿਹੜੀ ਫ੍ਰੀ ਮੈਨ ਦੀ ਡੈਫੀਨੇਸ਼ਨ ਆ, ਉਸ ਡੈਫੀਨੇਸ਼ਨ ਨੂੰ ਹੀ ਚੁੱਕ ਕੇ ਬ੍ਰਿਟਿਸ਼ ਦਾ ਸੰਵਿਧਾਨ ਕਿਵੇਂ ਬਣਿਆ, ਕਿਵੇਂ ਉਹਦਾ ਵਿਕਾਸ ਹੋਇਆ, ਠੀਕ ਹੈ, ਉਸ ਬਾਰੇ ਗੱਲ ਕੀਤੀ ਗਈ ਹੈ। ਕਹਿਣ ਦਾ ਭਾਵ ਕਿ ਸਾਨੂੰ ਪਤਾ ਹੈ ਕਿ ਬ੍ਰਿਟਿਸ਼ ਸੰਵਿਧਾਨ ਲਿਖਤੀ ਸੰਵਿਧਾਨ ਨਹੀਂ ਹੈਗਾ, ਤੇ ਉਹ ਕੋਇਨਸੀਡੈਂਸ ਜੋ ਕੁਝ ਹੁੰਦੇ ਰਹੇ ਉਹਦੇ ਰਾਹੀਂ ਟਾਈਮ ਟੂ ਟਾਈਮ ਜਿਹੜਾ ਸੰਵਿਧਾਨ ਦੀ ਵਿਆਖਿਆ ਹੁੰਦੀ ਗਈ। ਉਹ ਕਿਵੇਂ ਆਇਆ, ਸੰਯੋਗ ਰਾਹੀਂ ਕਿਵੇਂ ਹੋਇਆ, ਔਰ ਕਿਸ ਤਰ੍ਹਾਂ ਪ੍ਰੀ ਪਲਾਨ ਰਾਹੀਂ ਜਿਹੜੀ ਹੈਗੀ ਚੀਜ਼ ਵਗੈਰਾ ਬਣੀ, ਠੀਕ ਹੈ, ਉਸ ਬਾਰੇ ਆਪਾਂ ਵਰਣਨ ਕਰਾਂਗੇ। ਦੋ ਤਰ੍ਹਾਂ ਦੇ ਕੁਐਸਚਨ ਵਗੈਰਾ ਪੁੱਟ ਹੋ ਸਕਦਾ। ਬਰਤਾਨੀਆ ਸੰਵਿਧਾਨ ਸੰਯੋਗ ਅਤੇ ਯੋਜਨਾ ਦੀ ਉਪਜ ਹੈ, ਜਾਂ ਬਰਤਾਨੀਆ ਸੰਵਿਧਾਨ ਸੰਯੋਗ ਅਤੇ ਬੁੱਧੀ ਦੀ ਸੰਤਾਨ ਹੈ, ਫਰੀਮੈਨ ਦੇ ਅਕੋਰਡਿੰਗ ਤੁਸੀਂ ਇਸ ਨੂੰ ਵਰਣ ਕਰੋ। ਜਾਂ ਇਹੋ ਪੁੱਛ ਸਕਦੇ ਨੇ ਕਿ ਬ੍ਰਿਟਿਸ਼ ਦਾ ਸੰਵਿਧਾਨ ਕਿਵੇਂ ਵਿਕਾਸ ਕੀਤਾ, ਯਾਨੀ ਕਿ ਬ੍ਰਿਟਿਸ਼ ਦਾ ਸੰਵਿਧਾਨ ਕਿਵੇਂ ਹੋਂਦ ਵਿੱਚ ਆਇਆ। ਇਸ ਤਰ੍ਹਾਂ ਦੋ ਤਿੰਨ ਟਾਈਪ ਨਾਲ ਕੁਐਸਚਨ ਮੋਲਡ ਕਰਕੇ ਪੁੱਟ ਕਰ ਸਕਦੇ ਨੇ। ਇਸ ਦੀ ਮਤਲਬ ਹੁਣ ਇਸ ਦੇ ਅਕੋਰਡਿੰਗ ਇਹਦੇ ਆਪਾਂ ਮਤਲਬ ਇਹ ਦੋ ਜਿਹੜੇ ਹੈਗੇ ਆ ਪੁਆਇੰਟਸ ਦੇ ਅਕੋਰਡਿੰਗ ਜਿਹੜਾ ਆਏਗਾ। ਇੱਕ ਤੇ ਪੁੱਛ ਰਿਹਾ ਸੰਯੋਗ, ਠੀਕ ਆ, ਬਰਤਾਨੀਆ ਸੰਵਿਧਾਨ ਸੰਯੋਗ ਕਿ ਕੋਇਨਸੀਡੈਂਸ ਹੋਇਆ, ਰਿਜ਼ਲਟ ਆਫ ਦਾ ਚਾਂਸ ਐਂਡ ਐਕਸੀਡੈਂਟ। ਸੰਯੋਗ ਅਤੇ ਇਤਫਾਕ ਨਾਲ ਹੀ, ਕੋਇਨਸੀਡੈਂਸ ਨਾਲ ਹੀ ਕੁਝ ਗੱਲਾਂ ਜੁੜਦੀਆਂ ਗਈਆਂ ਤੇ ਉਹ ਬਾਅਦ ਵਿੱਚ ਇੱਕ ਉਹਨਾਂ ਦੀ ਪ੍ਰਥਾ ਬਣਦੀ ਗਈ, ਰਸਮ ਬਣਦੀ ਗਈ, ਨਹੀਂ ਇਸੇ ਤਰ੍ਹਾਂ ਹੀ ਕੰਮ ਕਰਨਾ ਹੈ। ਤੇ ਦੂਸਰਾ ਹੈ ਕਿ ਪ੍ਰੀ ਪਲਾਨ ਰਾਹੀਂ, ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਆ ਕਿ ਬੁੱਧੀ ਦੀ ਸੰਤਾਨ ਹੈ, ਜੋ ਇਹਨਾਂ ਦੀ ਉਪਜ ਹੈ, ਉਸ ਦੇ ਅਧੀਨ ਪੁਆਇੰਟਸ ਹੋਣਗੇ। ਉਸ ਦੇ ਅਧੀਨ ਜਿਹੜੇ ਹੈਗੇ ਆ ਮੈਗਨਾ ਕਾਰਟ ਜਿਹੜਾ ਬਣਿਆ ਸੀ, ਇਹ ਤਾਂ ਪਤਾ ਸੀ ਨਾ, ਇਹ ਪੱਤਰ ਸੀ, ਅਧਿਕਾਰ ਪੱਤਰ ਸੀ, ਉਹ ਸਾਰੇ ਪੁਆਇੰਟਸ ਆਣਗੇ। ਚਲੋ ਹੁਣ ਆਪਾਂ ਵੀਡੀਓ ਲੰਬੀ ਹੋ ਜਾਏਗੀ, ਐਕਸਪਲੇਨ ਕਰਦੇ ਹਾਂ। ਕਹਿੰਦੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਬ੍ਰਿਟਿਸ਼ ਦਾ ਸੰਵਿਧਾਨ ਆ ਉਹ ਸੰਵਿਧਾਨ ਸਭਾ ਦੁਆਰਾ, ਕਿਸੇ ਮੈਂਬਰਾਂ ਦੁਆਰਾ, ਕਿਸੇ ਕਮੇਟੀ ਦੁਆਰਾ ਨਹੀਂ ਬਣਿਆ ਹੋਇਆ ਗਿਆ, ਕੋਈ ਨਿਸ਼ਚਿਤ ਸਿਧਾਂਤਾਂ ਦੁਆਰਾ ਨਹੀਂ ਬਣਿਆ ਗਿਆ, ਸਗੋਂ ਇਹ ਸੰਯੋਗ, ਯੋਜਨਾ ਤੇ ਬੁੱਧੀ ਦੀ ਸੰਤਾਨ ਹੈ। ਇਸੇ ਕਰਕੇ ਫਰੀਮੈਨ ਨੇ ਇਸ ਨੂੰ ਕਿਹਾ ਹੈ ਕਿ ਬਰਤਾਨੀਆ ਦਾ ਸੰਵਿਧਾਨ ਸੰਯੋਗ ਅਤੇ ਬੁੱਧੀ ਦੀ ਸੰਤਾਨ ਹੈ। ਇਸ ਦੇ ਅਧੀਨ ਅਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। ਫਸਟ ਆਫ ਆਲ ਦੋ ਪੱਖਾਂ ਦੇ ਆਧਾਰ 'ਤੇ ਇਸ ਨੂੰ ਵੰਡ ਸਕਦੇ ਹਾਂ। ਪਹਿਲਾ ਪੱਖ ਹੈਗਾ ਸੰਯੋਗ ਅਤੇ ਇਤਫਾਕ ਦਾ ਨਤੀਜਾ। ਇਸ ਦੇ ਅਧੀਨ ਪੁਆਇੰਟਸ ਹੋਣਗੇ ਦੋ ਸਦਨੀ ਵਿਧਾਨ ਮੰਡਲ ਦਾ ਜਨਮ ਕਿਵੇਂ ਹੋਇਆ। ਜਿਵੇਂ ਆਪਣੇ ਹੁਣ ਵੀ ਲੋਕ ਸਭਾ ਅਤੇ ਰਾਜ ਸਭਾ ਚੱਲਦਾ ਹੈ, ਇਸੇ ਤਰ੍ਹਾਂ ਬ੍ਰਿਟਿਸ਼ ਵਿੱਚ ਜਿਹੜੇ ਹੈਗੇ ਦੋ ਜਿਹੜੇ ਹੈਗੇ ਸਦਨ ਚੱਲਦੇ ਆ। ਤਾਂ ਦੋ ਸਦਨ ਕਿਵੇਂ ਪੈਦਾ ਹੋਏ, ਕੀ ਹੋਇਆ ਸੀ ਕਿ ਕਹਿੰਦਾ ਅੱਜ ਵਿਸ਼ਵ ਵਿੱਚ ਦੋ ਸਦਨੀ ਵਿਧਾਨ ਪਾਲਿਕਾ ਬਹੁਤ ਜ਼ਿਆਦਾ ਪਿਆਰੀ ਹੈ। ਮਤਲਬ ਜਿੱਥੇ ਵੀ ਤੁਸੀਂ ਸੰਸਦੀ ਸਰਕਾਰ ਪਾਓਗੇ, ਠੀਕ ਆ, ਉੱਥੇ ਦੋ ਸਦਨੀ ਵਿਧਾਨ ਪਾਲਿਕਾ ਹੁੰਦੀ ਹੈ। ਬਟ ਬ੍ਰਿਟਿਸ਼ ਵਿੱਚ ਇਹ ਦੋ ਸਦਨ ਵਿਧਾਨ ਜਿਹੜੇ ਹੈਗੇ ਆ ਵਿਧਾਨ ਮੰਡਲ ਕਿਵੇਂ ਹੋਂਦ ਵਿੱਚ ਆਏ। ਕਹਿੰਦਾ ਇਤਿਹਾਸ ਦੀ ਗੱਲ ਪਹਿਲਾਂ ਦੱਸਦੇ ਹੈਗੇ ਆ ਕਿ 1066 ਵਿੱਚ ਵਿਲੀਅਮ ਆਫ ਨਾਰਮੰਡੀ ਨੇ ਬਰਤਾਨੀਆ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਿਆ, ਤੇ ਉਸ ਦੀ ਸ਼ਾਸਨ ਵਿੱਚ ਸਲਾਹ ਮਸ਼ਵਰਾ ਦੇਣ ਲਈ ਉਹਨਾਂ ਨੇ ਇੱਕ ਮਹਾਨ ਪ੍ਰੀਸ਼ਦ ਬਣਾ ਦਿੱਤੀ। ਜਿਹੜਾ ਨਾਰਮੰਡੀ ਸੀ ਨਾ, ਉਹਨੇ ਬ੍ਰਿਟਿਸ਼ ਨੂੰ ਜਿੱਤ ਲਿਆ। ਆਪਾਂ ਨੂੰ ਇੰਨਾ ਤਾਂ ਸੁਣਦੇ ਸੀ ਕਿ ਬ੍ਰਿਟੇਨ ਸਾਰਿਆਂ 'ਤੇ ਕਬਜ਼ਾ ਕਰਦਾ ਹੈ, ਪਰ ਇਸ ਵਿੱਚ ਤੁਸੀਂ ਪਹਿਲੀ ਵਾਰੀ ਜਾਣੋਗੇ ਕਿ ਬ੍ਰਿਟੇਨ ਨੂੰ ਵੀ ਕਿਸੇ ਨੇ ਕੰਟਰੋਲ ਵਿੱਚ ਲਿਆਂਦਾ ਸੀ, ਠੀਕ ਹੈ। ਤੇ ਉਸ ਨੂੰ ਉਹਨੇ ਮਤਲਬ ਵੀ ਬ੍ਰਿਟੇਨ ਨੂੰ ਆਪਣੇ ਅੰਡਰ ਕਰਕੇ ਆਪਣੀ ਸਲਾਹ ਮਸ਼ਵਰੇ ਵਾਸਤੇ ਇੱਕ ਮਹਾਨ ਪ੍ਰੀਸ਼ਦ ਵਗੈਰਾ ਜਿਹੜੀ ਹੈਗੀ ਸਥਾਪਿਤ ਕੀਤੀ, ਜਿਹਨੂੰ ਆਪਾਂ ਗ੍ਰੇਟ ਕਾਉਂਸਲ ਆਫ ਮੈਗਨਮ ਕਾਉਂਸਲਿੰਗ ਕਹਿ ਦਿੰਦੇ ਹੈਗੇ ਆ। ਇਹਦੇ ਵਿੱਚ ਜਿਹੜੇ ਹੈਗੇ ਕੁਝ 94 ਜਗੀਰਦਾਰ ਉਹਨੇ ਸ਼ਾਮਲ ਕੀਤੇ, ਪਰੰਤੂ ਬਾਦਸ਼ਾਹ ਨੂੰ ਜਦੋਂ ਵੀ ਧਨ ਇਕੱਠਾ ਕਰਨ ਦੀ ਲੋੜ ਪੈਂਦੀ ਸੀ ਨਾ, ਤੇ ਉਹ ਮਹਾਨ ਪ੍ਰੀਸ਼ਦ ਦੀ ਮੀਟਿੰਗਾਂ ਵਿੱਚ ਹਿੱਸਾ ਲੈਣ ਲਈ ਸਧਾਰਨ ਜਿਹੜੇ ਵਿਅਕਤੀ ਉਹਨਾਂ ਨੂੰ ਵੀ ਬੁਲਾ ਲੈਂਦਾ ਸੀ। ਚਲੋ ਇੱਕ ਮੇਨ ਜਿਹੜੇ ਹੈਗੇ ਸੀ ਪਹਿਲਾਂ ਜਿਹੜੇ ਵਿਅਕਤੀ ਉਹਨਾਂ ਨੂੰ ਤਾਂ ਬੁਲਾਉਂਦਾ ਹੀ ਬੁਲਾਉਂਦਾ ਸੀ ਜਦੋਂ ਕੋਈ ਮਤਲਬ ਬਿੱਲ ਵਗੈਰਾ ਕੁਛ ਵੀ ਮਤਲਬ ਸਲਾਹ ਮਸ਼ਵਰਾ ਲੈਣਾ। ਬਟ ਜਦੋਂ ਪੈਸੇ ਇਕੱਠੇ ਕਰਨ ਦੀ ਲੋੜ ਪੈਂਦੀ ਸੀ ਉਹਨੂੰ, ਕਿ ਹਾਂ ਆਪਣੇ ਰਾਜੇ ਵਾਸਤੇ, ਆਪਣੇ ਮਹਿਲ ਵਾਸਤੇ, ਆਪਣੇ ਖਰਚੇ ਵਾਸਤੇ ਪੈਸੇ ਦੀ ਲੋੜ ਪੈਂਦੀ ਸੀ, ਤੇ ਜਿਹੜੇ ਆਮ ਪਬਲਿਕ ਵਗੈਰਾ ਹੁੰਦੇ ਸੀ, ਜਿਹੜੇ ਬੁੱਧੀਮਾਨ ਲੋਕ ਹੁੰਦੇ ਸੀ, ਉਹਨਾਂ ਨੂੰ ਵੀ ਬੁਲਾ ਲੈਂਦਾ ਸੀ। ਬੇਟਾ ਇੱਥੋਂ ਹੀ ਜਗੀਰਦਾਰ ਜਿਹੜੇ ਹੈਗੇ ਆ ਉਪਰਲਾ ਸਦਨ ਬਣ ਜਾਣਾ, ਲਾਰਡ ਸਦਨ। ਜਿਹੜੇ ਸਧਾਰਨ ਸਦਨ, ਜਿਹੜੇ ਸਧਾਰਨ ਵਿਅਕਤੀ ਆ ਜਿਹਨੂੰ ਕਾਮਨਰਸ ਵਗੈਰਾ ਬੋਲਦੇ ਆ, ਉਹ ਹੇਠਲਾ ਸਦਨ ਬਣ ਜਾਣਾ ਗਾ, ਠੀਕ ਹੈ। ਇਹ ਪ੍ਰਥਾ ਬਾਅਦ ਵਿੱਚ ਜਿਹੜਾ ਹੈਗਾ 1213 ਵਿੱਚ ਜੌਨ ਨੇ ਵੀ ਜਾਰੀ ਰੱਖੀ, ਠੀਕ ਹੈ। ਬਾਅਦ ਵਿੱਚ ਐਡਵਰਨ ਨੇ ਵੀ ਜਾਰੀ ਰੱਖੀ। ਫਿਰ ਉਹਨੇ ਪਹਿਲੀ ਵਾਰ ਇਜਲਾਸ ਪਾਇਆ, ਉਹਦੇ ਵਿੱਚ ਜਿਹੜੇ ਹੈਗੇ ਜਗੀਰਦਾਰ ਜਿਹਨੂੰ ਬੈਰਨਸ ਕਹਿ ਦਿੰਦੇ ਆ, ਕਲਰਜਿਸ ਜਿਹਨੂੰ ਪਾਦਰੀ ਵਗੈਰਾ ਕਹਿ ਦਿੰਦੇ ਆ, ਇਸੇ ਨਾਲ ਜਿਹੜੇ ਕਾਮਨਸ ਬਦਲ ਜਿਹੜੇ ਹੈਗੇ ਉਹਨਾਂ ਨੂੰ ਬੁਲਾਇਆ। ਤਿੰਨ ਟਾਈਪ ਦੇ ਹੋ ਗਏ, ਠੀਕ ਹੈ, ਬੈਰਨਸ ਹੋ ਗਏ, ਕਲਰਜਿਸ ਹੋ ਗਏ ਐਂਡ ਕਾਮਨਰਸ ਵਗੈਰਾ ਹੋ ਗਏ। ਇਸ ਲਗਭਗ ਕਹਿੰਦੇ ਘੱਟੋ ਘੱਟ 400 ਪ੍ਰਤੀਨਿਧਾਂ ਨੇ ਮਤਲਬ ਇਸ ਵਿੱਚ ਹਿੱਸਾ ਲਿਆ। ਤੇ ਫਸਟ ਟਾਈਮ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਵਾਕਈ ਇਹ ਮਾਡਲ ਆਫ ਪਾਰਲੀਮੈਂਟ ਬਣ
ਚੁੱਕੀ ਹੈ, ਯਾਨੀ ਕਿ ਇੱਕ ਸ਼ੁਰੂਆਤ ਹੋ ਚੁੱਕੀ ਸੀ। ਵਾਂਸ ਅਗੇਨ ਦੇਖੋ ਕਿ 1066 ਵਿੱਚ ਨਾਰਮੰਡੀ ਨੇ ਪਹਿਲਾਂ ਬ੍ਰਿਟੇਨ ਨੂੰ ਜਿੱਤ ਲਿਆ, ਠੀਕ ਹੈ। ਤੇ ਹੁਣ ਉਹਨੂੰ ਇੰਗਲਿਸ਼ ਲੈਂਗੁਏਜ ਤੇ ਵਗੈਰਾ ਆਉਂਦੀ ਨਹੀਂ ਸੀ ਉਹਨਾਂ ਨੂੰ, ਤੇ ਉਹ ਆਪਣੇ ਸਲਾਹ ਮਸ਼ਵਰੇ ਵਾਸਤੇ ਜਿਹੜੇ ਹੈਗੇ ਉੱਥੋਂ ਦੇ ਕੁਝ ਜਿਹੜੇ ਲੋਕਾਂ ਨੂੰ ਇਕੱਠਾ ਕੀਤਾ, ਉਹਨਾਂ ਨੇ ਜ਼ਗੀਰਦਾਰਾਂ ਨੂੰ ਇਕੱਠਾ ਕੀਤਾ। ਤੇ ਬਟ ਜਦੋਂ ਧਨ ਇਕੱਠੇ ਕਰਨ ਦੀ ਲੋੜ ਪੈਂਦੀ ਸੀ ਤੇ ਆਮ ਲੋਕਾਂ ਨੂੰ ਵੀ ਇਕੱਠਾ ਕਰਨਾ ਸ਼ੁਰੂ ਕਰਤਾ। ਇਸੇ ਤਰ੍ਹਾਂ ਜਿਹੜੇ ਆਉਣ ਵਾਲੇ ਜਿਹੜੇ ਬਾਦਸ਼ਾਹ ਸੀ, ਜੌਨ ਹੋ ਗਿਆ, ਐਡਵਰਡ 1 ਹੋ ਗਏ, ਦੂਸਰੇ ਹੋ ਗਏ, ਉਹਨਾਂ ਨੇ ਵੀ ਇਹੋ ਪ੍ਰਥਾ ਚਲਾਉਣੀ ਸ਼ੁਰੂ ਕਰ ਦਿੱਤੀ। ਕੋਈ ਸੰਵਿਧਾਨ ਲਿਖਿਆ ਨਹੀਂ ਸੀ ਕਿ ਇਸ ਤਰ੍ਹਾਂ ਹੋਵੇਗਾ, ਬਟ ਇੱਕ ਪ੍ਰਥਾ ਬਣ ਗਈ, ਰਸਮ ਬਣ ਗਿਆ, ਠੀਕ ਹੈ। ਇਸ ਤਰ੍ਹਾਂ ਉਹਨਾਂ ਵਿੱਚ ਜਿਹੜੇ ਕਿ 3 ਟਾਈਪ ਦੇ ਲੋਕ ਆਉਣੇ ਸ਼ੁਰੂ ਹੋ ਗਏ। ਜਿਹੜੇ ਬਹੁਤ ਅਮੀਰ ਲੋਕ ਹੁੰਦੇ ਸੀ, ਜਿਹਨੂੰ ਲਾਰਡਸ ਵੀ ਬੋਲ ਦਿੰਦੇ ਆ ਜਾਂ ਜ਼ਗੀਰਦਾਰ ਕਹਿ ਲਓ, ਕਲਰਜੀਸ ਹੁੰਦੇ ਸੀ, ਐਂਡ ਸਧਾਰਨ ਵਿਅਕਤੀ। ਇਸ ਤਰ੍ਹਾਂ ਇਹ ਪਾਰਲੀਮੈਂਟ ਦੀ ਸ਼ੁਰੂਆਤ ਹੋਈ। ਫਿਰ ਕਹਿੰਦਾ ਬਾਦਸ਼ਾਹ ਦੇ ਸੁਝਾਵਾਂ ਨੂੰ ਸੁਣਨ ਤੋਂ ਪਹਿਲਾਂ ਹੀ 3 ਹੀ ਸ਼੍ਰੇਣੀਆਂ ਦੇ ਮੈਂਬਰ ਹੀ ਇੱਕ ਸਾਂਝੀ ਬੈਠਕ ਹੋਈ ਸੀ। ਬੰਵਾਲ ਕਹਿੰਦਾ ਹੈ ਵੀ ਜਿਹੜਾ ਹੈਗਾ ਵਾ ਉਹਦੇ ਅਨੁਸਾਰ ਮਤਲਬ ਵੀ ਉਹ ਕਹਿੰਦਾ ਕਿ ਪਾਰਲੀਮੈਂਟ ਕਿਵੇਂ ਸ਼ੁਰੂਆਤ ਹੋਈ। ਇਸ ਤੋਂ ਪਿੱਛੋਂ ਬਾਦਸ਼ਾਹ ਦੇ ਸੁਝਾਵਾਂ 'ਤੇ ਵਿਚਾਰਾ ਕਰਨ ਲਈ ਜ਼ਗੀਰਦਾਰਾਂ ਨੇ, ਜ਼ਗੀਰਦਾਰ ਜਿਹਨੂੰ ਬੈਰਨਸ ਕਹਿੰਦੇ ਆ, ਕਲਰਜੀ ਤੇ ਸਧਾਰਨ ਲੋਕਾਂ ਦੁਆਰਾ ਵੱਖ-ਵੱਖ ਮੀਟਿੰਗਾਂ ਤਿਆਰ ਕੀਤੀਆਂ ਗਈਆਂ। ਪਿੱਛੋਂ ਬਾਦਸ਼ਾਹ ਦੇ ਸੁਝਾਵਾਂ ਦੀ ਪ੍ਰਵਾਨਗੀ ਦੇਣ ਲਈ ਫਿਰ ਇਹਨਾਂ 3 ਗਰੁੱਪਾਂ ਦੀ ਸਾਂਝੀ ਮੀਟਿੰਗ ਹੋਈ ਅਤੇ ਇਹ ਪ੍ਰਥਾ ਕਾਫੀ ਦੇਰ ਤੱਕ ਚੱਲਦੀ ਰਹੀ। ਬਾਅਦ ਵਿੱਚ ਕੀ ਹੋਇਆ ਕਿ ਬਾਦਸ਼ਾਹ ਦੇ ਸੁਝਾਵਾਂ 'ਤੇ ਵਿਚਾਰ ਕਰਨ ਦੀ ਪ੍ਰਥਾ ਤੋਂ ਪ੍ਰਤੀਤ ਹੁੰਦਾ ਸੀ ਕਿ ਬਰਤਾਨੀਆ ਵਿੱਚ 3 ਸਦਨੀ ਵਿਧਾਨ ਮੰਡਲ ਪਹਿਲਾਂ ਸਥਾਪਿਤ ਹੋ ਜਾਣਗੇ। ਹੁਣ ਤੁਹਾਨੂੰ ਪਤਾ ਹੈ 2 ਹੈ, ਉੱਪਰਲਾ ਸਦਨ, ਹੇਠਲਾ ਸਦਨ। ਪਹਿਲਾਂ 3 ਟਾਈਪ ਦੇ ਲੋਕ ਵਗੈਰਾ ਸ਼ੁਰੂ ਹੋ ਗਏ ਸੀ। ਇੱਕ ਜਿਹੜੇ ਅਮੀਰ ਲੋਕ, ਕਲਰਜੀ ਟਾਈਪ ਦੇ, ਤੇ ਜਿਹੜੇ ਹੈਗੇ ਆਪਣੇ ਆਮ ਲੋਕ ਵਗੈਰਾ। ਬਟ ਮੁੜ ਕੇ ਫਿਰ ਜਿਹੜੇ ਹੈਗੇ 3 ਜਿਹੜੀ ਹੈਗੀ ਆ ਕੈਮਰਲ ਲੈਜਿਸਲੇਸ਼ਨ ਦੀ ਥਾਂ 'ਤੇ ਮੁੜ ਕੇ 2 ਜਿਹੜੀ ਹੈਗੀ ਆ ਸਥਾਨ ਵਗੈਰਾ ਹੀ ਜਿਹੜੀ ਹੈਗੀ ਆ ਉਹਨੂੰ ਹੀ ਪਹਿਲ ਦਿੱਤੀ ਗਈ। ਇਹਨਾਂ 2 ਗਰੁੱਪਾਂ ਦੇ ਵੱਖ-ਵੱਖ ਬੈਠਣ ਦੇ ਨਤੀਜੇ ਵਜੋਂ ਮਤਲਬ ਜਿਹੜੇ ਅਮੀਰ ਲੋਕ ਸੀ ਉਹ ਆਪਣੇ ਵੱਖਰੇ ਟਾਈਪ ਦੇ ਵਹਿੰਦੇ ਸੀ ਵੀ ਆਪਣੇ ਆਪ ਤੋਂ ਥੋੜ੍ਹਾ ਫਰਕ ਰੱਖਦੇ। ਜਿਹੜੇ ਕਲਰਜੀਸ ਹੁੰਦੇ ਸੀ, ਜ਼ਗੀਰਦਾਰ ਹੁੰਦੇ ਸੀ, ਆਪਣੇ ਆਪ ਨੂੰ ਕੁਝ ਉੱਚਾ ਸਮਝਦੇ ਹੁੰਦੇ ਸੀ, ਤੇ ਉਹਨਾਂ ਨੇ ਮਤਲਬ ਵੀ ਆਪਣੇ ਆਪ ਨੂੰ ਅਲੱਗ ਬੈਠਣਾ ਸ਼ੁਰੂ ਕਰਤਾ। ਜਿਹੜੇ ਆਮ ਲੋਕ ਸੀ ਉਹ ਅਲੱਗ ਬੈਠਣਾ ਸ਼ੁਰੂ ਕਰਤੇ। ਇਸੇ ਤਰ੍ਹਾਂ ਹੀ ਜਿਹੜੇ ਅਮੀਰ ਲੋਕ ਸੀ, ਠੀਕ ਆ, ਉਹ ਲਾਰਡ ਸਦਨ ਕਹਿਲਾਏ ਗਏ, ਤੇ ਜਿਹੜੇ ਆਮ ਲੋਕ ਸੀ ਜਿਨ੍ਹਾਂ ਵਿੱਚ ਬੈਠਦੇ ਸੀ ਉਹ ਹਾਊਸ ਆਫ ਕਾਮਨਸ ਬਣ ਗਏ, ਠੀਕ ਹੈ। ਫਿਰ ਇਸ ਚੀਜ਼ ਨੂੰ ਮੈਂ ਦੁਬਾਰਾ ਫਿਰ ਰਿਪੀਟ ਕਰ ਦੇਵਾਂਗੀ। ਹੁਣ ਆ ਗਿਆ ਮੰਤਰੀ ਮੰਡਲ ਦਾ ਆਰੰਭ ਅਤੇ ਵਿਕਾਸ। ਕਹਿੰਦਾ ਕਿ ਬਰਤਾਨੀਆ ਦੀ ਸੰਵਿਧਾਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਦਾ ਵਿਸ਼ੇਸ਼ ਮਹੱਤਵ ਹੈ ਅਤੇ ਅਜਿਹੀ ਇਹ ਧੁਰੀ ਹੈ ਜਿਸ ਦੇ ਦੁਆਲੇ ਸਾਰਾ ਪ੍ਰਬੰਧ ਘੁੰਮਦਾ ਹੈ। ਯਾਨੀ ਕਿ ਕੋਈ ਵੀ ਕਾਨੂੰਨ ਬਣਾਉਣਾ, ਲਾਗੂ ਕਰਨਾ, ਜੋ ਕੁਝ ਵੀ ਹੈ ਉਹ ਮੰਤਰੀ ਮੰਡਲ ਦੁਆਰਾ ਹੀ ਹੁੰਦਾ ਹੈ। ਤੇ ਇਸ ਦਾ ਸਮਾਂ ਜਿਹੜਾ ਹੈਗਾ ਐਂਗਲੋ ਸੈਕਸ਼ਨ ਕਾਲ, ਇਸ ਚੀਜ਼ ਨੂੰ ਯਾਦ ਰੱਖਿਓ, ਠੀਕ ਹੈ। ਐਂਗਲੋ ਸੈਕਸ਼ਨ ਕਾਲ ਦੇ ਸਮੇਂ ਵਿੱਚ ਹੋਇਆ ਕੀ ਹੋਇਆ ਕਿ ਐਂਗਲੋ ਸੈਕਸ਼ਨ ਕਾਲ ਦੇ ਦੌਰਾਨ ਜਿਹੜਾ ਵਾਈਟਨ ਗੈਮਟ ਹੀ ਉਹ ਉੱਥੋਂ ਸਲਾਹ ਮਸ਼ਵਰਾ ਦੇਣ ਲਈ ਵਾਈਟਨ ਗੈਮਟ ਨਾਂ ਦੀ ਸੰਸਥਾ ਬਣੀ। ਨਾਰਮਨ ਕਾਲ ਵਿੱਚ ਜਿਹੜਾ ਬਾਦਸ਼ਾਹ ਦੁਆਰਾ ਮਹਾਪਰਿਸ਼ਦ ਜਿਹੜੀ ਹੈਗੀ ਆ ਨਾਂ ਦੀ ਸੰਸਥਾ ਨੇ ਸਥਾਪਿਤ ਕੀਤੀ ਗਈ, ਜਿਸ ਦਾ ਆਕਾਰ ਵਾਚਾਂ ਨਾਲ ਸਲਾਹ ਮਸ਼ਵਰੇ ਲਈ ਜਿਹੜੀਆਂ ਕਿਊਰੀ ਰਿਜਸ ਵਗੈਰਾ ਬਣ ਗਏ। ਪ੍ਰਾਤਨ ਸਮੇਂ 'ਚ ਬਾਦਸ਼ਾਹ ਰਾਜ ਪ੍ਰਬੰਧ ਚਲਾਉਣ ਲਈ ਇੱਕ ਸਲਾਹ ਮਸ਼ਵਰਾ ਲੈਂਦਾ ਸੀ, ਤੇ ਐਂਗਲੋ ਸੈਕਸ਼ਨ ਕਾਲ ਵਿੱਚ ਬਾਦਸ਼ਾਹ ਨੂੰ ਸਲਾਹ ਮਸ਼ਵਰਾ ਦੇਣ ਲਈ ਵਾਈਟਨ ਗੈਮਟ ਸੀ, ਠੀਕ ਹੈ। ਫਿਰ ਵਾਈਟਨ ਗੈਮਟ ਤੋਂ ਬਾਅਦ ਕੀ ਬਣ ਗਈ? ਕਿਊਰੀ ਰਿਜਸ। ਕਿਊਰੀ ਰਿਜਸ ਤੋਂ ਬਾਅਦ ਕੀ ਬਣ ਗਿਆ? ਪ੍ਰੀਵੀ ਕਾਉਂਸਲ, ਠੀਕ ਹੈ, ਜਿਹੜੀ ਜਿਨ੍ਹਾਂ ਤੋਂ ਸਲਾਹ ਵਗੈਰਾ ਲਈ ਜਾਂਦੀ ਸੀ। ਨਾਮ ਯਾਦ ਰੱਖਣੇ ਹੈਗੇ ਆ, ਐਂਗਲੋ ਸੈਕਸ਼ਨ ਕਾਲ, ਬਾਦਸ਼ਾਹ ਦਾ ਸਮੇਂ, ਮਹਾਪਰਿਸ਼ਦ ਤੋਂ ਬਾਅਦ ਜਿਹੜੀ ਹੈਗੀ ਕੱਲ ਵਾਈਟਨ ਗੈਮਟ ਤੋਂ ਬਾਅਦ ਮਹਾਪਰਿਸ਼ਦ ਤੋਂ ਬਾਅਦ ਪ੍ਰੀਵੀ ਕਾਉਂਸਲ, ਕਿਊਰੀ ਰਿਜਸ ਤੋਂ ਬਾਅਦ ਪ੍ਰੀਵੀ ਕਾਉਂਸਲ। ਫਿਰ ਵੇਖਿਆ ਕਿ ਇਹ ਜ਼ਿਆਦਾ ਹੀ ਲੋਕ ਵਗੈਰਾ ਹੋ ਗਏ ਆ, ਇੱਥੋਂ ਜ਼ਿਆਦਾ ਸਲਾਹ ਵਗੈਰਾ ਇਹਨਾਂ ਜ਼ਿਆਦਾ ਲੋਕਾਂ ਤੋਂ ਸਲਾਹ ਲੈਣੀ ਬਹੁਤ ਔਖੀ ਹੁੰਦੀ ਹੈ ਕਿਉਂਕਿ ਫੈਸਲਾ ਕਰਨਾ ਔਖਾ ਹੋ ਜਾਂਦਾ ਸੀ। ਫਿਰ ਚਾਰਲਸ ਸੈਕੰਡ ਨੇ ਜਿਨ੍ਹਾਂ ਕੋਲ ਸਲਾਹ ਲਈ ਉਹਨਾਂ ਦੀ ਸੰਮਤੀ ਨੂੰ ਉਹਨੇ ਕੇਬਲ ਕਿਹਾ ਵੀ ਉਹ 5 ਬੰਦੇ ਉਹਨਾਂ ਦੇ ਜਿਹੜੇ ਮੇਨ ਲੱਗੇ ਉਹਨੂੰ ਉਹਨਾਂ ਨੇ ਚੁਣ ਲਿਆ। ਤੇ ਕੇਬਲ ਕਿਉਂ ਕਿਹਾ ਗਿਆ? ਕਿਉਂਕਿ ਇਹਨਾਂ ਜਿਹੜੇ ਬੰਦੇ ਸੀ ਜਿਨ੍ਹਾਂ ਦੇ ਨਾਲ ਉਹਨੇ ਸਲਾਹ ਮਸ਼ਵਰਾ ਕਰਦਾ ਸੀ, ਵਿਸ਼ਵਾਸ ਪਾਤਰ ਸੀ, ਉਹਨਾਂ ਦੇ ਪਹਿਲੇ ਅੱਖਰਾਂ ਨੂੰ ਮਿਲਾ ਕੇ ਉਸਨੇ ਇਸ ਆਪਣੀ ਜਿਹੜੀ ਆ ਸਮੰਤੀ ਆ, ਕਾਉਂਸਲ ਆ, ਉਸਨੂੰ ਕੇਬਲ ਕਹਿਣਾ ਸ਼ੁਰੂ ਕਰ ਦਿੱਤਾ। ਤੇ ਜਿਹੜੀ ਕੇਬਲ ਸੀ ਯਾਨੀ ਕਿ ਜਿਹੜੀ ਸਮੰਤੀ ਸੀ ਉਹ ਇੱਕ ਕਮਰੇ ਵਿੱਚ ਮੀਟਿੰਗ ਕਰ ਦਿੰਦੇ ਸੀ, ਗੁਪਤ ਮੀਟਿੰਗ ਕਰ ਦਿੰਦੇ ਸੀ, ਜਿਸ ਨੂੰ ਕਮਰੇ ਨੂੰ ਕੈਬਨਿਟ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਹੁਣ ਵੀ ਆਪਾਂ ਜਿਹੜੀ ਸਲਾਹਕਾਰ ਪਰਿਸ਼ਦ ਆ ਉਸ ਨੂੰ ਆਪਾਂ ਕੈਬਨਿਟ ਮੈਂਬਰ ਜਾਂ ਕੈਬਨਿਟ ਵਗੈਰਾ ਕਹਿ ਦਿੰਦੇ ਹਾਂ, ਠੀਕ ਹੈ। ਯਾਦ ਕੀ ਰੱਖਣਾ? ਐਂਗਲੋ ਸੈਕਸ਼ਨ ਕਾਲ, ਵਾਈਟਨ ਗੈਮਟ, ਕਿਊਰੀ ਰਿਜਸ, ਪ੍ਰੀਵੀ ਕਾਉਂਸਲ, ਕੇਬਲ ਐਂਡ ਕੈਬਨਿਟ। ਹੁਣ ਅੱਗੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਆਰੰਭ ਅਤੇ ਵਿਕਾਸ। ਪ੍ਰਧਾਨ ਮੰਤਰੀ ਦੀ ਕਿਉਂ ਲੋੜ ਪਈ? ਜਦੋਂ ਬਾਦਸ਼ਾਹ ਹੈਗਾ ਸੀ, ਬਾਦਸ਼ਾਹ ਦੀ ਇੱਕ ਸਲਾਹਕਾਰੀ ਸਮਿਤੀ ਵਗੈਰਾ ਵੀ ਹੈਗੀ ਸੀ, ਤੇ ਪ੍ਰਧਾਨ ਮੰਤਰੀ ਦੀ ਇੰਪੋਰਟੈਂਸ ਕਿਵੇਂ ਵੱਧ ਗਈ? ਕੀ ਹੋਇਆ ਕਿ ਜਦੋਂ ਮਹਾਰਾਣੀ ਐਨ ਦੀ ਮੌਤ ਪਿੱਛੋਂ ਜਰਮਨ ਦੇ ਹੈਨੋਵਰ ਘਰਾਣੇ ਦਾ ਜਾਰਜ ਪਹਿਲਾ ਨੂੰ ਬਰਤਾਨੀਆ ਦੇ ਤਖਤ 'ਤੇ ਬਿਠਾਇਆ ਗਿਆ, ਪਰ ਉਸ ਨੂੰ ਇੰਗਲਿਸ਼ ਵਗੈਰਾ ਨਹੀਂ ਹੁੰਦੀ ਸੀ, ਠੀਕ ਹੈ, ਅੰਗਰੇਜ਼ੀ ਭਾਸ਼ਾ ਤੋਂ ਅਨਨਾਊਨ ਸੀ। ਤੇ ਉਹਨੇ ਮਤਲਬ ਸਲਾਹ ਮਸ਼ਵਰੇ ਲੈਣ ਵਾਸਤੇ ਰਾਬਰਟ ਪੋਲ ਜਿਹੜਾ ਵਾਲਪੋਲ ਸੀ
ਉਹਨੂੰ ਨਿਯੁਕਤ ਕਰਤਾ ਕਿ ਤੂੰ ਮੈਨੂੰ ਟਰਾਂਸਲੇਟ ਕਰਕੇ ਦੱਸਣਾ ਜੋ ਕੁਝ ਵੀ ਸਲਾਹ ਲੈ ਰਹੇ ਮਸ਼ਵਰਾ ਜਾਂ ਕੁਝ ਵੀ ਆ, ਠੀਕ ਹੈ। ਤੇ ਰਾਬਰਟ ਵਾਲਪੋਲ ਜਿਹੜਾ ਹੈਗਾ ਹੀ ਇੰਪ੍ਰੈਸਿਵ ਪਰਸਨੈਲਿਟੀ ਦਾ ਸੀ, ਇੰਟੈਲੀਜੈਂਟ ਸੀ। ਉਹਨੇ ਹੌਲੀ ਹੌਲੀ ਸ਼ਕਤੀਆਂ ਜਿਹੜੀਆਂ ਹੈਗੀਆਂ ਹੱਥੀਂ ਆਉਣੀਆਂ ਸ਼ੁਰੂ ਕਰਤੀਆਂ। ਜਾਰਜ ਦੂਜੇ ਨੇ ਵੀ ਜ਼ਿਆਦਾ ਕੋਈ ਇੰਟਰਸਟ ਨਹੀਂ ਰੱਖਿਆ ਰਾਜਨੀਤੀ ਵਿੱਚ ਵਗੈਰਾ ਜਿਹੜਾ ਹੈਗਾ ਹੀ। ਤੇ ਫਿਰ ਜਿਹੜਾ ਹੈਗਾ ਰਾਬਰਟ ਵਾਲਪੋਲ ਜਿਹੜਾ ਹੈਗਾ ਹੀ ਉਸ ਦੀਆਂ ਜਿਹੜੀਆਂ ਹੈਗੀਆਂ ਪਾਵਰਸ ਡੇ ਬਾਏ ਡੇ ਹੋਰ ਵੱਧਦੀਆਂ ਗਈਆਂ, ਠੀਕ ਹੈ। ਜਾਰਜ 1 ਨੇ ਵੀ ਨਹੀਂ ਕੋਈ ਇੰਟਰਸਟ ਰੱਖਿਆ, ਜਾਰਜ 2 ਨੇ ਵੀ ਨਹੀਂ ਰੱਖਿਆ। ਤੇ ਨਤੀਜਾ ਕੀ ਹੋਇਆ, ਰਾਬਰਟ ਵਾਲਪੋਲ ਦਾ ਜਿਹੜਾ ਹੈਗਾ ਹੀ ਉਹ ਜਿਹੜਾ ਪਾਵਰ ਸੀ, ਕਿਉਂਕਿ ਜਿਹੜਾ ਪਾਵਰ ਯੂਜ਼ ਕਰਕੇ ਨੈਚੁਰਲੀ ਹੀ ਪਰਸਨੈਲਿਟੀ ਉਸ ਦੀ ਡਿਵੈਲਪ ਹੋਏਗੀ, ਉਸ ਦੀ ਵੱਧਦੀ ਗਈ। ਬਟ ਮੁੜ ਕੇ ਜਾਰਜ 3 ਨੇ ਟਰਾਈ ਕੀਤੀ ਕਿ ਮਤਲਬ ਕਿ ਸਾਰੀਆਂ ਪਾਵਰਸ ਮੇਰੇ ਕੋਲ ਆ ਜਾਣ, ਕਿ ਮੈਂ ਰਾਸ਼ਟਰਪਤੀ ਹਾਂ, ਮੈਂ ਬਾਦਸ਼ਾਹ ਹਾਂ, ਮੇਰੀਆਂ ਗੱਲ ਮੰਨੀ ਜਾਏ। ਬਟ ਉਹ ਚੀਜ਼ ਬਣੀ ਨਹੀਂ। ਇਹਨੇ ਜਾਰਜ 3 ਨੇ ਕੋਸ਼ਿਸ਼ ਕੀਤੀ ਤੇ ਪਰੰਤੂ ਉਹਨਾਂ ਟਾਈਮ ਤੱਕ ਮਤਲਬ ਕਿ ਇੰਨੇ ਸਾਲਾਂ ਤੱਕ ਰਾਬਰਟ ਵਾਲਪੋਲ ਜਿਹੜਾ ਹੈਗਾ ਸੀ ਕਾਫੀ ਆਪਣੀ ਪਾਵਰ ਨੂੰ ਹਥਿਆ ਚੁੱਕਾ ਸੀ। ਉਸਨੇ ਕੀ ਕੀਤਾ, 10 ਡਾਊਨਿੰਗ ਸਟਰੀਟ ਵਿੱਚ ਆਪਣਾ ਵੱਖਰਾ ਦਫ਼ਤਰ ਬਣਾ ਲਿਆ। ਤੇ ਕਿਉਂਕਿ ਲੋਕੀ ਉਹਨਾਂ ਦੇ ਨਾਲ ਹੀ ਵਾਰਤਾਲਾਪ ਕਰਦੇ ਸੀ, ਮੰਤਰੀ ਉਹਨਾਂ ਨਾਲ ਹੀ ਵਾਰਤਾਲਾਪ ਕਰਦੇ ਸੀ, ਤੇ ਨੈਚੁਰਲੀ ਹੀ ਉਸ ਦਾ ਹੀ ਪ੍ਰਭਾਵ ਵਧਣਾ ਸ਼ੁਰੂ ਹੋ ਗਿਆ। ਤੇ ਅੱਜ ਵੀ ਜਿਹੜੇ ਹੈਗੇ ਇੰਗਲੈਂਡ ਦੇ 10 ਡਾਊਨਿੰਗ ਸਟਰੀਟ ਵਿੱਚ ਜਿਹੜਾ ਹੈਗਾ ਵਾ ਪ੍ਰਧਾਨ ਮੰਤਰੀ ਦਾ ਜਿਹੜਾ ਦਫ਼ਤਰ ਬਣਿਆ ਹੋਇਆ, ਤੇ ਉਸ ਦੀ ਹੀ ਪਾਵਰ ਨੂੰ ਜ਼ਿਆਦਾ ਮੰਨਿਆ ਜਾਂਦਾ। ਕਹਿੰਦਾ ਬਹੁਤ ਜਿਵੇਂ ਆਪਣੇ ਇੰਡੀਆ ਵਿੱਚ ਪ੍ਰਾਈਮ ਮਿਨਿਸਟਰ ਦੀ ਹੀ ਪਾਵਰ ਜ਼ਿਆਦਾ ਹੁੰਦੀ ਆ, ਪ੍ਰੈਜ਼ੀਡੈਂਟ ਦੀ ਕੁਛ ਨਹੀਂ ਹੁੰਦੀ। ਉਸੇ ਤਰ੍ਹਾਂ ਬਾਦਸ਼ਾਹ ਇੱਕ ਜਸਟ ਨਾਮਤ ਦਾ ਰਾਸ਼ਟਰਪਤੀ ਹੁੰਦਾ ਹੈ, ਬਾਦਸ਼ਾਹ ਹੁੰਦਾ, ਪਾਵਰ ਯੂਜ਼ ਕਰਦਾ ਹੈ। ਬਾਕੀ ਰਿਐਲਿਟੀ ਵਿੱਚ ਸਾਰੀਆਂ ਜਿਹੜੀਆਂ ਹੈਗੀਆਂ ਪ੍ਰਧਾਨ ਮੰਤਰੀ ਹੀ ਯੂਜ਼ ਕਰਦਾ ਹੈ। ਨੈਕਸਟ ਹੈਗਾ ਪ੍ਰਧਾਨ ਮੰਤਰੀ ਕਾਮ ਸਦਨ ਦੇ ਵਿੱਚ ਬਹੁਤ ਸਮੇਂ ਦੇ ਵਿਸ਼ਵਾਸ ਪ੍ਰਾਪਤ ਹੋਣ ਤੱਕ ਅਹੁਦੇ ਤੇ ਰਹਿੰਦਾ ਹੈ। ਇਹ ਕਿਉਂ ਹੋਇਆ, ਕਿਉਂਕਿ ਜਿਹੜਾ ਇਹ ਹੇਠਲੇ ਸਦਨ ਵਿੱਚੋਂ ਹੀ ਨਾ ਉਹਦੇ ਵਿੱਚੋਂ ਹੀ ਆਮ ਤੌਰ 'ਤੇ ਮੈਂਬਰ ਵਗੈਰਾ ਲੈ ਜਾਂਦਾ ਜਿਹੜਾ ਪ੍ਰਧਾਨ ਮੰਤਰੀ ਬਣਦਾ ਸੀ। ਤੇ ਮਤਲਬ ਕਿ ਬਾਰ-ਬਾਰ ਇਹੋ ਚੀਜ਼ ਵਗੈਰਾ ਆਉਂਦੀ। ਫਿਰ ਕੀ ਹੋਇਆ ਕਿ 1742 ਵਿੱਚ ਪ੍ਰਧਾਨ ਮੰਤਰੀ ਰਾਬਰਟ ਵਾਲਪੋਲ ਨੂੰ ਕਾਮਨ ਸਦਨ ਵਿੱਚ ਬਹੁਤ ਸਮਿਤੀ ਵਿਸ਼ਵਾਸ ਪ੍ਰਾਪਤ ਨਹੀਂ ਹੋਇਆ, ਵੀ ਲਗਾਤਾਰ ਤੇ ਉਹ ਬਣ ਰਿਹਾ ਸੀ, ਠੀਕ ਹੈ। ਕਿਉਂ, ਮਤਲਬ ਕਿ 1714 ਤੋਂ ਲੈ ਕੇ ਮਤਲਬ ਕਿ ਉਹ ਆਪਣਾ ਜਿਹੜੀ ਹੈਗੀ ਆ ਪਾਵਰ ਵਿੱਚ ਰਹਿ ਰਿਹਾ ਸੀ। ਫਿਰ ਦੁਬਾਰਾ ਉਹਨੂੰ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਮਤਲਬ ਕਿ ਆਪਣੀ ਪਾਵਰ ਸ਼ੋਅ ਕਰੋ, ਆਪਣੀ ਮੈਜੋਰਟੀ ਸ਼ੋਅ ਕਰੋ ਕਿ ਹਾਂ ਤੇਰੇ ਕੋਲ ਹੈਗੀ ਹੈ ਕਿ ਨਹੀਂ ਹੈਗੀ। ਜਿਹੜੇ ਮੰਤਰੀ ਸਾਰੇ ਤੇਰੀ ਸਮਰਥਨ ਵਿੱਚ ਹੈਗੇ ਕਿ ਨਹੀਂ, ਸਪੋਰਟ ਕਰਦੇ ਕਿ ਨਹੀਂ, ਕਿ ਤੁਸੀਂ ਪਤਾ ਐਜ਼ ਅ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਰਹੋ। ਤੇ ਬਾਅਦ ਵਿੱਚ ਜਿਹੜੇ ਹੈਗੇ ਜਿਹੜੇ ਦੂਜੇ ਮਿਨਿਸਟਰੀ ਉਹਨਾਂ ਨੇ ਉਹਦੇ ਹੱਕ 'ਚ ਵੋਟ ਨਹੀਂ ਦਿੱਤੀ, ਤੇ ਕੀ ਐਜ਼ ਅ ਰਿਜ਼ਲਟ ਕੀ ਹੋਇਆ, ਉਹਨੂੰ ਅਸਤੀਫਾ ਦੇਣਾ ਪਿਆ, ਠੀਕ ਹੈ। ਤੇ ਇੱਥੋਂ ਇੱਕ ਰੀਤ ਬਣ ਗਈ, ਇੱਕ ਜਿਹੜਾ ਹੈਗਾ ਸਿਧਾਂਤ ਬਣ ਗਿਆ ਕਿ ਜੇਕਰ ਪ੍ਰਾਈਮ ਮਿਨਿਸਟਰ ਨੂੰ ਕਾਂਗਰਸ ਸਦਨ ਵਿੱਚ ਮੈਜੋਰਟੀ ਹਾਸਲ ਨਹੀਂ ਹੋਏਗੀ ਤਾਂ ਉਹਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਉਹਨੂੰ ਹੀ ਨਹੀਂ, ਉਸ ਦੇ ਜਿਹੜੇ ਵੀ ਮੰਤਰੀ ਆ ਸਾਰਿਆਂ ਨੂੰ ਅਸਤੀਫਾ ਦੇਣਾ ਪਵੇਗਾ। ਇਹ ਚੀਜ਼ ਤਾਂ ਚਲੋ 1742 ਵਿੱਚ ਹੋਈ, 200-300 ਸਾਲ ਪਹਿਲਾਂ। ਤੇ ਹੁਣ ਇਹ ਜਿਹੜੀ ਹੈਗੀ ਆ 2019 ਵਿੱਚ ਇਹ ਚੀਜ਼ ਦੁਬਾਰਾ ਰਿਪੀਟ ਹੋਈ। ਥੈਰੇਸਾ ਮੇ, ਤੁਹਾਨੂੰ ਪਤਾ ਲੇਡੀ ਇੱਕ ਪ੍ਰਧਾਨ ਮੰਤਰੀ ਬਣੀ ਸੀ, ਪ੍ਰਾਈਮ ਮਿਨਿਸਟਰ ਵਗੈਰਾ ਇੰਗਲੈਂਡ ਦੀ। ਥੈਰੇਸਾ ਮੇ ਚਾਹੁੰਦੀ ਸੀ ਕਿ ਅਸੀਂ ਜਿਹੜੇ ਹੈਗੇ ਆ ਯੂਰਪੀ ਸੰਘ ਵਿੱਚ ਰਹੀਏ, ਜਿਹਨੂੰ EU ਬੋਲ ਦਿੰਦੇ ਆ। ਤੇ ਕੁਝ ਕਹਿੰਦੇ ਸੀ ਕਿ ਜਿਹੜੇ ਹੈਗੇ ਆ ਉਹਦੇ ਆਪਣੇ ਹੀ ਕਾਮਨ ਸਦਨ ਵਿੱਚ ਕਹਿੰਦੇ ਕਿ ਅਸੀਂ ਜਿਹੜੇ ਹੈਗੇ ਆ EU ਦੇ ਵਿੱਚ ਮੈਂਬਰ ਬਣ ਕੇ ਨਹੀਂ ਰਹਿਣਾ ਹੈਗਾ, ਅਸੀਂ ਆਪਣੇ ਇੰਗਲੈਂਡ ਦਾ ਵਿਕਾਸ ਕਰਨਾ, ਅਸੀਂ ਕਿਉਂ ਉੱਥੇ ਵਾਧੂ ਖਰਚਾ ਦਈਏ। ਤੇ ਉਹ ਮੈਜੋਰਟੀ ਹਾਸਲ ਨਾ ਕਰ ਸਕੀ ਤੇ ਉਹ ਐਜ਼ ਅ ਰਿਜ਼ਲਟ ਥੈਰੇਸਾ ਮੇ ਨੂੰ ਜਿਹੜਾ ਹੈਗਾ ਹੀ ਅਸਤੀਫਾ ਦੇਣਾ ਪਿਆ। 2 ਇੰਸੀਡੈਂਟ ਹੋਏ, ਇੱਕ ਰਾਬਰਟ ਵਾਲਪੋਲ ਨੂੰ ਅਸਤੀਫਾ ਦੇਣਾ ਪਿਆ, ਮੁੜ ਕੇ ਥੈਰੇਸਾ ਮੇ ਨੂੰ ਅਸਤੀਫਾ ਦੇਣਾ ਪਿਆ, ਠੀਕ ਹੈ। ਨੈਕਸਟ ਹੈਗੀ ਆ ਮਤਲਬ ਵੀ ਇਹ ਹੁਣ ਇੱਕ ਰੀਤ ਬਣ ਗਈ ਆ ਕਿ ਹਾਂ ਵੀ ਜੇਕਰ ਤੁਹਾਨੂੰ ਮੈਜੋਰਟੀ ਹਾਸਲ ਹੈਗੀ ਆ ਤੇ ਪ੍ਰਧਾਨ ਮੰਤਰੀ ਬਣੇ ਰਹੋਗੇ, ਅਦਰਵਾਈਜ਼ ਤੁਹਾਨੂੰ ਅਸਤੀਫਾ ਦੇਣਾ ਪਏਗਾ। ਨੈਕਸਟ ਹੈ ਕਿ ਪ੍ਰਧਾਨ ਮੰਤਰੀ ਦਾ ਕਾਮ ਸਦਨ ਦਾ ਮੈਂਬਰ ਹੋਣਾ ਜ਼ਰੂਰੀ। ਕਿਉਂ ਅਸੀਂ ਕਿ ਬਰਤਾਨੀਆ ਵਿੱਚ ਇੱਕ ਸਥਾਪਿਤ ਪਰੰਪਰਾ ਹੈ ਕਿ ਪ੍ਰਧਾਨ ਮੰਤਰੀ ਕਾਮ ਸਦਨ ਦਾ ਹੀ ਮੈਂਬਰ ਹੋਣਾ ਚਾਹੀਦਾ ਹੈ। 1902 ਵਿੱਚ ਪ੍ਰਧਾਨ ਮੰਤਰੀ ਲਾਰਡ ਸਾਲਸਬਰੀ ਦੁਆਰਾ ਤਿਆਗ ਪੱਤਰ ਦੇਣ ਪਿੱਛੋਂ ਅੱਜ ਤੱਕ ਬਰਤਾਨੀਆ ਵਿੱਚ ਲਾਰਡ ਸਦਨ ਦੇ ਕਿਸੇ ਵੀ ਮੈਂਬਰ ਨੂੰ ਪ੍ਰਧਾਨ ਮੰਤਰੀ ਨਹੀਂ ਬਣਾਇਆ ਗਿਆ। ਇੱਕ ਤੇ ਸਾਲਸਬਰੀ ਦੀ ਐਗਜ਼ਾਮਪਲ ਦਿੱਤੀ ਆ ਕਿ ਜਦੋਂ ਨੇ ਤਿਆਗ ਪੱਤਰ ਦੇ ਦਿੱਤਾ ਲਾਰਡ ਹੈਗਾ ਜੀ ਉੱਪਰਲੇ ਸਦਨ ਦਾ, ਠੀਕ ਹੈ। ਤੇ ਉਸ ਤੋਂ ਬਾਅਦ ਮੁੜ ਕੇ ਕਦੇ ਵੀ ਨਹੀਂ ਕਿਹਾ ਗਿਆ ਕਿ ਨਹੀਂ ਜੀ ਉੱਪਰਲੇ ਸਦਨ ਤੋਂ ਵਿੱਚੋਂ ਮੈਂਬਰ ਬਣਾਇਆ ਜਾਵੇ, ਤੇ ਹਮੇਸ਼ਾ ਹੇਠਲੇ ਸਦਨ ਵਿੱਚੋਂ ਹੀ ਪ੍ਰਧਾਨ ਮੰਤਰੀ ਬਣਦਾ ਹੈ। ਫਿਰ ਇੱਕ ਐਗਜ਼ਾਮਪਲ ਦਿੰਦੇ ਆ ਕਿ 1924 ਚ ਪ੍ਰਧਾਨ ਮੰਤਰੀ ਬੋਨਰ ਲਾ ਦੁਆਰਾ ਆਪਣੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਪਿੱਛੋਂ ਜਾਰਜ 5 ਦੁਆਰਾ ਲਾਰਡ ਕਰਜ਼ਨ ਅਤੇ ਸਟੈਨਲੇ ਬਾਲਡਵਿਨ ਦੁਆਰਾ ਮਤਲਬ ਕਰਨਾ ਸੀ ਕਿ ਜਾਂ ਲਾਰਡ ਕਰਜ਼ਨ ਨੂੰ ਮਤਲਬ ਪ੍ਰਧਾਨ ਮੰਤਰੀ ਬਣਾਇਆ ਜਾਵੇ ਜਾਂ ਸਟੈਨਲੇ ਬਾਲਡਵਿਨ ਨੂੰ। ਭਾਵੇਂ ਕਿ ਜਿਹੜਾ ਲਾਰਡ ਕਰਜ਼ਨ ਸੀ ਉਹ ਸਟੈਨਲੇ ਬਾਲਡਵਿਨ ਦੇ ਮੁਕਾਬਲੇ ਵਿੱਚ ਬਹੁਤ ਜ਼ਿਆਦਾ ਸਿਆਣਾ ਸੀ, ਪਰ ਜਾਰਜ 5 ਨੂੰ ਲਾਰਡ ਕਰਜ਼ਨ ਪਸੰਦ ਨਹੀਂ ਸੀ ਅਤੇ ਉਹਨਾਂ ਦੁਆਰਾ ਸਟੈਨਲੇ ਬਾਲਡਵਿਨ ਨੂੰ ਪ੍ਰਧਾਨ ਮੰਤਰੀ ਬਣਾਇਆ। ਤਾਂ ਫਿਰ ਇੱਕ ਰੀਤ ਬਣ ਗਈ ਕਿ ਹੇਠਲੇ ਸਦਨ ਵਿੱਚੋਂ ਹੀ ਪ੍ਰਧਾਨ ਮੰਤਰੀ ਬਣਦਾ ਹੈ। ਫਿਰ ਅੱਗੇ ਆ ਜਾਂਦੀ ਐਗਜ਼ਾਮਪਲ ਹੈ ਕਿ ਸਮੂਹਕ ਜ਼ਿੰਮੇਵਾਰੀ ਦਾ ਸਿਧਾਂਤ, ਮਤਲਬ ਵੀ ਕਹਿੰਦਾ ਭਾਵ ਜੋ ਰੀਤ ਵਗੈਰਾ ਲਗਾਤਾਰ ਰਿਪੀਟਡ ਹੁੰਦੀ ਗਈ ਉਹ ਬਾਅਦ ਵਿੱਚ ਉਹਨਾਂ ਦੇ ਸਿਧਾਂਤ ਬਣ ਗਏ। ਅਤੇ ਆਪਣੇ ਇੰਡੀਆ 'ਚ ਵੀ ਇਹ ਚੀਜ਼ ਸੇਮ ਚੱਲਦੀ ਹੈਗੀ ਆ, ਠੀਕ ਹੈ।
ਸਮੂਹਕ ਜ਼ਿੰਮੇਵਾਰੀ ਦਾ ਸਿਧਾਂਤ ਬਰਤਾਨੀਆ ਵਿੱਚ ਮੰਤਰੀ ਮੰਡਲ ਸਮੂਹਕ ਜ਼ਿੰਮੇਵਾਰੀ ਸਿਧਾਂਤ 'ਤੇ ਕੰਮ ਕਰਦੇ ਆ। ਅੱਜ ਇਹ ਮੰਤਰੀ ਮੰਡਲ ਪ੍ਰਣਾਲੀ ਦੀ ਸਰਕਾਰ ਮਹੱਤਵਪੂਰਨ ਵਿਸ਼ੇਸ਼ਤਾ, ਪਰੰਤੂ ਬਰਤਾਨੀਆ ਵਿੱਚ ਇਹ ਸਿਧਾਂਤ ਸੰਯੋਗ ਦੀ ਉਪਜ ਹੈ। ਸੰਯੋਗ ਯਾਨੀ ਕਿ ਕੋਇਨਸੀਡੈਂਸ ਹੋਇਆ। ਜਿਵੇਂ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਕਿ ਜਦੋਂ ਰਾਬਰਟ ਵਾਲਪੋਲ ਨੂੰ ਮੈਜੋਰਟੀ ਹਾਸਲ ਨਹੀਂ ਹੋਈ, ਆਪਾਂ ਇਸ ਤੇ 4th ਪੁਆਇੰਟ ਵਿੱਚ ਪੜ੍ਹਿਆ ਸੀ, ਠੀਕ ਹੈ, ਉਹਨੂੰ ਅਸਤੀਫਾ ਦੇਣਾ ਪਿਆ ਤੇ ਨੈਚੁਰਲੀ ਹੀ ਉਸ ਦੇ ਸਾਰੇ ਮੰਤਰੀਆਂ ਨੂੰ ਵੀ ਅਸਤੀਫਾ ਦੇਣਾ ਪਿਆ, ਠੀਕ ਹੈ, ਕਿ ਸਮੂਹਕ ਜ਼ਿੰਮੇਵਾਰੀ ਦਾ ਸਿਧਾਂਤ। ਫਿਰ ਨੈਕਸਟ ਹੈਗਾ ਸਹਿਮਤ ਮੰਤਰੀ ਮੰਡਲ ਦੀ ਰਾਜਨੀਤਿਕ ਇਕਰੂਪਤਾ, ਕਿ ਜਿਹੜੇ ਵੀ ਮੰਤਰੀ ਆਉਣਗੇ ਉਹ ਇੱਕੋ ਪਾਰਟੀ ਵਿੱਚ ਹੋਣਗੇ ਜਾਂ ਉਹਨਾਂ ਦੀ ਵਿਚਾਰਧਾਰਾ ਇੱਕੋ ਜਿਹੀ ਹੋਵੇਗੀ। ਇਹ ਵੀ ਕੋਇਨਸੀਡੈਂਸ ਕਿਵੇਂ ਹੋਇਆ ਕਿ 1680 ਵਿੱਚ ਬਰਤਾਨੀਆ ਵਿੱਚ ਵਿਗਸ ਤੇ ਟੋਰੀ ਨਾਂ ਦੇ 2 ਦਲ ਆਏ। ਤੁਸੀਂ ਜਦੋਂ ਇਹ ਪੜ੍ਹੋਗੇ ਨਾ ਅੱਗੋਂ ਪੋਲੀਟੀਕਲ ਪਾਰਟੀਜ਼ ਵਗੈਰਾ, ਤੇ ਤਾਂ ਹੀ ਇਹ ਐਕਸਪਲੇਨ ਕਰੋਗੇ ਕਿ ਹਾਂ ਕਿਵੇਂ ਕਿ ਪਾਰਟੀਆਂ ਹੋਂਦ ਵਿੱਚ ਆਈਆਂ। 2 ਪਾਰਟੀਆਂ ਸੀ ਉਹਨਾਂ ਦੀਆਂ। ਇੰਗਲੈਂਡ ਤੇ ਅਮਰੀਕਾ 'ਚ 2 ਹੀ ਪਾਰਟੀਆਂ ਜ਼ਿਆਦਾ ਕੰਮ ਕਰਦੀਆਂ ਨੇ। ਹੁਣ ਉਹਨਾਂ ਦੇ ਨਾਮ ਚੇਂਜ ਹੋ ਗਏ ਨੇ। ਵਿਗਸ ਤੇ ਟੋਰੀ ਨਾਂ ਦੀਆਂ 2 ਪਾਰਟੀਆਂ ਆਈਆਂ। ਬੇਸ਼ੱਕ ਉਹਨਾਂ ਦੇ ਕਹਿੰਦੇ ਵਿਚਾਰਾਂ 'ਚ ਕੋਈ ਖਾਸ ਅੰਤਰ ਨਹੀਂ, ਦੋਨੋਂ ਜਾਣੀਆਂ ਕਿ ਪਾਰਟੀਆਂ ਉਦਾਰਵਾਦੀ ਵਿਚਾਰਧਾਰਾ ਦੇ ਹੱਕ ਵਿੱਚ ਸੀ, ਬਾਦਸ਼ਾਹ ਦੇ ਹੱਕ ਵਿੱਚ ਸੀ, ਠੀਕ ਹੈ ਨਾ, ਪੂੰਜੀਵਾਦੀ ਸਮਰਥਨ ਸੀ, ਕੋਈ ਯਾਨੀ ਕਿ ਖਾਸ ਵਿਚਾਰਧਾਰਾ ਦੇ ਵਿੱਚ ਅੰਤਰ ਵਗੈਰਾ ਨਹੀਂ ਸੀ, ਤੇ ਦੋਨੋਂ ਹੀ ਕੈਥੋਲਿਕ ਧਰਮ ਦੇ ਵਿਰੋਧੀ ਸਨ। ਜਦੋਂ ਜੈਮਜ਼ ਦੂਜੇ ਦੁਆਰਾ ਨਿਰਪੱਖਤਾ ਕਾਇਮ ਕਰਨ ਦਾ ਯਤਨ ਕੀਤਾ ਗਿਆ ਤੇ ਇਹਨਾਂ ਦੋਵਾਂ ਦਲਾਂ ਦੁਆਰਾ ਮਿਲ ਕੇ ਵਿਲੀਅਮ ਅਤੇ ਮੈਰੀ ਨੂੰ ਬਰਤਾਨੀਆ ਦਾ ਰਾਜਗੱਦੀ ਸੰਭਾਲਣ ਦੀ ਮੌਕਾ ਦਿੱਤਾ ਗਿਆ। 1694 ਵਿੱਚ ਹੋਈ ਮੈਰੀ ਦੀ ਮੌਤ ਪਿੱਛੋਂ ਟੋਰੀ ਦਲ ਦੇ ਮੈਂਬਰਾਂ ਦੁਆਰਾ ਵਿਲੀਅਮ ਤੀਜੇ ਦੇ ਸ਼ਾਸਨ ਦੇ ਰਸਤੇ ਵਿੱਚ ਰੁਕਾਵਟਾਂ ਕਰਨੀਆਂ ਆਰੰਭ ਕਰ ਦਿੱਤੀਆਂ, ਕਿਉਂਕਿ ਉਹ ਵਿਲੀਅਮ ਤੀਜੇ ਨੂੰ ਬਰਤਾਨੀਆ ਦੀ ਰਾਜਗੱਦੀ ਦਾ ਕੁਦਰਤੀ ਵਾਰਸ ਨਹੀਂ ਮੰਨਦੇ ਸਨ। ਟੋਰੀ ਦਲ ਦੇ ਅਜਿਹੇ ਵਤੀਰੇ ਕਾਰਨ ਵਿਲੀਅਮ ਤੀਜੇ ਦੁਆਰਾ ਟੋਰੀ ਦਲ ਨਾਲ ਸੰਬੰਧਿਤ ਸਾਰੇ ਮੰਤਰੀ ਨੂੰ ਅਹੁਦਿਆਂ ਤੋਂ ਵੱਖ ਕਰ ਦਿੱਤਾ। ਉਹਨਾਂ ਦੁਆਰਾ 1696 ਵਿੱਚ ਮੰਤਰੀ ਮੰਡਲ ਦੇ ਸਾਰੇ ਮੰਤਰੀ ਜਿਹੜੇ ਹੈਗੇ ਵਿਗ ਦਲ ਵਿੱਚ ਚਲੇ ਗਏ। 2 ਦਲ ਸੀ ਨਾ, ਵਿਗਸ ਐਂਡ ਟੋਰੀ। ਫਿਰ ਕੀ ਹੋਇਆ ਕਿ 1696 ਵਿੱਚ ਮੰਤਰੀ ਮੰਡਲ ਦੇ ਸਾਰੇ ਮੰਤਰੀ ਜਦੋਂ ਵਿਗ ਦਲ ਵਿੱਚ ਚਲੇ ਗਏ ਤੇ ਨੈਚੁਰਲੀ ਉਸ ਸਮੇਂ ਜਿਹੜਾ ਵਿਗ ਦਲ ਨੂੰ ਕਾਮ ਸਦਨ ਵਿੱਚ ਮੈਜੋਰਟੀ ਮਿਲ ਗਈ। ਇਸ ਤਰ੍ਹਾਂ ਵਿਲੀਅਮ ਦੇ ਤੀਜੇ ਦੇ ਕਾਰਜਕਾਲ ਦੌਰਾਨ ਮੰਤਰੀ ਮੰਡਲ ਪ੍ਰਣਾਲੀ ਦੇ 2 ਸਿਧਾਂਤ ਕਾਇਮ ਹੋ ਗਏ ਕਿ ਮੰਤਰੀ ਮੰਡਲ ਹਮੇਸ਼ਾ ਹੀ ਇੱਕੋ ਹੀ ਪਾਰਟੀ ਵਿੱਚੋਂ ਲਏ ਜਾਣਗੇ ਅਤੇ ਮੰਤਰੀ ਮੰਡਲ ਦਾ ਨਿਰਮਾਣ ਉਸੇ ਦਲ ਦੁਆਰਾ ਕੀਤਾ ਜਾਏਗਾ ਜਿਸ ਨੂੰ ਕਿ ਮੈਜੋਰਟੀ ਹੇਠਲੇ ਸਦਨ ਵਿੱਚੋਂ ਮੈਜੋਰਟੀ ਮਿਲੀ ਹੁੰਦੀ ਹੈ। ਫਾਰ ਦਿਸ ਰੀਜ਼ਨ ਇਹਨਾਂ ਵਿੱਚ ਕੀ ਆ, ਪੋਲੀਟੀਕਲ ਹੋਮੋਜੀਨੀਅਸ ਯਾਨੀ ਕਿ ਰਾਜਨੀਤਿਕ ਇਕਰੂਪਤਾ ਸਥਾਪਿਤ ਹੋ ਗਏ, ਕਿ ਇੱਕ ਕੋਇਨਸੀਡੈਂਸ ਹੋਇਆ ਸੀ ਕਿ ਹਾਂ ਕਿ ਉਸੇ ਨਾਲ ਬਾਅਦ ਵਿੱਚ ਸਿਧਾਂਤ ਕਾਇਮ ਹੋ ਗਿਆ। ਇਹ ਤੇ ਸੀ ਕਿ ਹਾਂ ਸੰਯੋਗ ਦੇ ਦੁਆਰਾ ਜਿਹੜੇ 7 ਸਿਧਾਂਤ ਕਾਇਮ ਹੋਏ। ਪ੍ਰੀ ਪਲਾਨ ਕਿਹੜੇ ਹੋਏ, ਉਹ ਹੈਗੇ ਆ ਬੁੱਧੀ ਤੇ ਜੋਨ ਨਤੀਜਾ। ਫਸਟ ਹੈਗਾ ਮੈਗਨਾ ਕਾਰਟ। ਕਈ ਵਾਰ ਜਿਹੜੇ ਹੈਗੇ ਆ ਕਹਿ ਦਿੰਦੇ ਕਿ ਜਿਹੜਾ ਮੈਗਨਾ ਕਾਰਟ ਵਾ ਨਾ ਉਹ ਉਹਨਾਂ ਦਾ ਸੰਵਿਧਾਨ ਆ, ਠੀਕ ਆ। ਕਿਉਂ ਕਹਿੰਦੇ ਕਿ ਉਹ ਪਹਿਲਾ ਇੱਕ ਪੱਤਰ ਆ ਜਿਹਦੇ ਵਿੱਚ ਉਹ ਗੱਲਾਂ ਲਿਖੀਆਂ ਗਈਆਂ ਰਿਟਨ ਵਗੈਰਾ ਕਿ ਬਾਦਸ਼ਾਹ ਨੂੰ ਆਹ ਕੰਮ ਕਰੇਗਾ ਤੇ ਆਹ ਕੰਮ ਨਹੀਂ ਕਰੇਗਾ, ਰਿਟਨ ਲਿਖਿਆ ਹੋਇਆ, ਸਾਈਨ ਕੀਤੇ ਹੋਏ ਆ। ਕਹਿੰਦਾ ਮੈਗਨਾ ਕਾਰਟ ਬਰਤਾਨੀਆ ਦੇ ਸੰਵਿਧਾਨ ਦਾ ਮਹੱਤਵਪੂਰਨ ਅੰਗ ਵਾ, ਸੋਮਾ ਮੰਨਿਆ ਜਾਂਦਾ ਹੈ ਤੇ ਕਿਹਾ ਜਾਂਦਾ ਕਿ ਬਰਤਾਨੀਆ 'ਚ ਸੰਵਿਧਾਨਿਕ ਰਾਜਤੰਤਰ ਦੀ ਬੁਨਿਆਦ ਕਿਹਦੇ ਦੁਆਰਾ ਰੱਖੀ ਗਈ ਹੈ, ਮੈਗਨਾ ਕਾਰਟ ਦੁਆਰਾ। ਤੁਹਾਨੂੰ ਪਤਾ ਹੈ ਰਾਜਤੰਤਰ ਕਿਉਂ ਕਿਹਾ ਜਾਂਦਾ, ਕਿਉਂਕਿ ਉੱਥੇ ਬਾਦਸ਼ਾਹ ਦਾ ਰਾਜ ਆ, ਉਹ ਬਾਦਸ਼ਾਹ ਨੂੰ ਪਸੰਦ ਕਰਦੇ। ਜੇ ਇਨ ਕੇਸ ਉੱਥੇ ਕੋਈ ਹਮਲਾ ਵੀ ਹੋਇਆ, ਬਾਦਸ਼ਾਹ ਗੱਦੀ ਛੱਡ ਕੇ ਚਲਾ ਵੀ ਗਿਆ ਸੀ, ਤੇ ਫਿਰ ਵੀ ਲੋਕਾਂ ਦੇ ਮਨਾਂ 'ਚ ਇੰਨਾ ਜ਼ਿਆਦਾ ਹੈਗਾ ਕਿ ਬਾਦਸ਼ਾਹ ਤੋਂ ਬਿਨਾਂ, ਜਿਵੇਂ ਸਰੀਰ ਵਿੱਚ ਆਤਮਾ ਤੋਂ ਬਿਨਾਂ ਸਰੀਰ ਕੋਰਾ ਹੈ, ਇਸ ਤਰ੍ਹਾਂ ਜੇ ਇੱਕ ਸਾਡੇ ਦੇਸ਼ ਵਿੱਚ ਰਾਜਗੱਦੀ ਤੇ ਬਾਦਸ਼ਾਹ ਨਹੀਂ ਬੈਠੇਗਾ ਤਾਂ ਅਸੀਂ ਬਿਲਕੁਲ ਹੀ ਇੱਕ ਖਾਲੀਪਨ ਮਹਿਸੂਸ ਕਰਾਂਗੇ। ਯਾਨੀ ਕਿ ਉਹ ਹੈਪਚੁਅਲ ਹੋ ਚੁੱਕੇ ਕਿ ਸਾਡੇ ਦੇਸ਼ ਵਿੱਚ ਕੋਈ ਬਾਦਸ਼ਾਹ ਜ਼ਰੂਰ ਹੋਵੇ। ਕਹਿੰਦਾ ਲਾਰਡ ਚੈਥਮ ਦੁਆਰਾ ਮੈਗਨਾ ਕਾਰਟ ਨੂੰ ਬਰਤਾਨਵੀ ਸੰਵਿਧਾਨ ਦੀ ਬਾਈਬਲ ਵੀ ਕਿਹਾ ਗਿਆ। ਅਸਲ ਵਿੱਚ ਕੀ ਹੋਇਆ ਕਿ ਬਾਦਸ਼ਾਹ ਜੋਹਨ ਨੂੰ ਤਨ ਦੀ ਲੋੜ ਪਈ ਅਤੇ ਅਮੀਰ ਵਿਅਕਤੀ ਨੇ ਧਨ ਦੇ ਬਦਲੇ ਉਸ ਨੂੰ 15 ਜੂਨ 1215 ਨੂੰ ਰੂਨੀਮੇਡ ਵਿਖੇ ਇੱਕ ਚਾਰਟਰ 'ਤੇ ਸਾਈਨ ਕਰਨ ਲਈ ਮਜਬੂਰ ਕੀਤਾ ਕਿ ਤੂੰ ਕਿਹੜੀ ਕੰਡੀਸ਼ਨ ਵਿੱਚ ਸਾਡੇ ਕੋਲ ਧਨ ਲੈ ਸਕਦਾ ਹਾਂ। ਨਹੀਂ ਤਾਂ ਵੈਸੇ ਹੁੰਦਾ ਸੀ ਕਿ ਬਾਦਸ਼ਾਹ ਵਾ, ਰਾਜਾ ਵਾ, ਠੀਕ ਆ ਨਾ, ਜਿੰਨਾ ਮਰਜ਼ੀ ਧਨ ਇਕੱਠਾ ਕਰੇ, ਜਿੰਨਾ ਮਰਜ਼ੀ ਖਰਚਾ ਕਰੇ, ਬਟ ਉਹ ਹੁਣ ਕੀ ਕਿ ਇੱਕ ਮਹਾਂਪਰਿਸ਼ਦ ਦੁਆਰਾ ਜਿਹੜੀ ਹੈਗੀ ਕੈਬਨਿਟ ਦੁਆਰਾ ਧਨ ਇਕੱਠਾ ਕਰਦਾ ਸੀ ਜਾਂ ਕੁਛ ਵੀ ਆ, ਤੇ ਉਹਨਾਂ ਨੇ ਉਹ ਚੀਜ਼ ਦਾ ਫਾਇਦਾ ਉਠਾਇਆ ਤੇ ਉਹਨੇ ਕਿਹਾ ਕਿ ਸਾਈਨ ਕਰੋ ਕਿ ਤੁਸੀਂ ਕਿਹੜੀ ਕੰਡੀਸ਼ਨ ਵਿੱਚ ਹੀ ਜਿਹੜੀ ਗਿਆ ਧਨ ਵਗੈਰਾ ਲੈ ਸਕਦੇ ਹੋ। ਉਹ ਕਿਹੜੇ ਸੀ? ਫਸਟ ਕੰਡੀਸ਼ਨ ਤਾਂ ਉਹਨੇ ਇਹ ਲਗਾਈ ਕਿ ਤੁਸੀਂ ਧਨ ਉਦੋਂ ਹੀ ਇਕੱਠਾ ਕਰ ਸਕਦੇ ਹੋ ਜਦੋਂ ਤੁਸੀਂ ਵੱਡੇ ਲੜਕੇ ਨੂੰ ਐਜ਼ ਏ ਰਾਜੇ ਦੀ ਉਪਾਧੀ ਦੇਣੀ ਹੈਗੀ ਆ, ਜਾਂ ਵੱਡੀ ਲੜਕੀ ਦੀ ਸ਼ਾਦੀ ਕਰਨੀ ਆ, ਜਾਂ ਆਪਣੇ ਆਪ ਨੂੰ ਦੁਸ਼ਮਣ ਤੋਂ ਰਿਹਾ ਕਰਵਾਉਣਾ ਹੈਗਾ ਵਾ, ਠੀਕ ਹੈ। ਤੇ ਇਸ ਤੋਂ ਬਿਨਾਂ, ਇਹਨਾਂ 3 ਕੰਡੀਸ਼ਨਸ ਤੋਂ ਬਿਨਾਂ ਤੁਸੀਂ ਜਿਹੜਾ ਹੈਗਾ ਵਾ ਕਿਸੇ ਕੋਲ ਧਨ ਇਕੱਠਾ ਨਹੀਂ ਕਰ ਸਕਦੇ। ਤੇ ਬਾਦਸ਼ਾਹ ਅਦਾਲਤ ਦੇ ਹੁਕਮ ਤੋਂ ਬਿਨਾਂ ਕਿਸੇ ਵੀ ਵਿਅਕਤੀ ਕੋਲ, ਸਤਿਕਾਰ ਵਾਲੇ ਵਿਅਕਤੀ ਨੂੰ ਕੈਦ ਵੀ ਨਹੀਂ ਕਰ ਸਕੇਗਾ। ਇਹ ਕੰਡੀਸ਼ਨਸ ਲਾਗੂ ਹੋ ਗਈਆਂ ਬਾਦਸ਼ਾਹ ਦੇ ਉੱਤੇ, ਯਾਨੀ ਕਿ ਬਾਦਸ਼ਾਹ ਉੱਤੇ ਵੀ ਇੱਕ ਅੰਕੁਸ਼ ਕ੍ਰੀਏਟ ਹੋ ਗਿਆ। ਇਸ ਤਰ੍ਹਾਂ
ਮਤਲਬ ਵੀ ਉੱਦਾਂ ਤਾਂ ਰਾਜਤੰਤਰ ਆ, ਰਾਜਤੰਤਰ ਰਾਜੇ ਦਾ ਰਾਜ ਆ, ਬਟ ਇਸ ਨੂੰ ਆਪਾਂ ਸੰਵਿਧਾਨਕ ਰਾਜਤੰਤਰ ਇਸ ਕਰਕੇ ਕਹਿੰਦੇ ਕਿ ਜੋ ਇਹਦੇ ਉੱਤੇ ਵੀ ਕੁਝ ਪਾਬੰਦੀਆਂ ਹਨ। ਦੂਜੀ ਗੱਲ ਕੀ ਹੋਈ, ਅਧਿਕਾਰਾਂ ਦਾ ਬੇਨਤੀ ਪੱਤਰ 1628, ਜਿਹਨੂੰ ਆਪਾਂ ਪਟੀਸ਼ਨ ਆਫ ਦਾ ਰਾਈਟਸ 1628 ਕਹਿ ਦਿੰਦੇ। ਇਹ ਦੋ ਤਰ੍ਹਾਂ ਦੇ ਆਉਣਗੇ, ਇੱਕ 1689, ਇੱਕ 1628। 1628 ਵਿੱਚ ਜਦੋਂ ਬਾਦਸ਼ਾਹ ਚਾਰਲਸ I ਨੂੰ ਸਪੇਨ ਵਿਰੁੱਧ ਜੱਦ ਜਾਰੀ ਰੱਖਣਾ ਪਿਆ ਤਾਂ ਉਹਨੂੰ ਪੈਸੇ ਦੀ ਲੋੜ ਸੀ, ਤਾਂ ਉਸ ਦੁਆਰਾ ਸੰਸਦ ਵਿੱਚ ਬੈਠਕ ਬੁਲਾਈ ਗਈ, ਪਰ ਤੁਤਾਂ ਦੀ ਪ੍ਰਵਾਨਗੀ ਦੇਣ ਤੋਂ ਪਹਿਲਾਂ ਸੰਸਦ ਨੇ ਬਾਦਸ਼ਾਹ ਨੂੰ ਅਧਿਕਾਰਾਂ ਦੇ ਬੇਨਤੀ ਪੱਤਰ 'ਤੇ ਸਾਈਨ ਕਰਨ ਲਈ ਕਿਹਾ। ਫਿਰ ਹੋਰ ਕੰਡੀਸ਼ਨਸ ਲਾਗੂ ਕਰ ਦਿੱਤੀਆਂ ਕਿ ਸੰਸਦ ਦੀ ਪ੍ਰਵਾਨਗੀ ਤੋਂ ਬਿਨਾਂ ਜਿਹੜਾ ਬਾਦਸ਼ਾਹ ਵਾ ਲੋਕਾਂ ਕੋਲ ਕੋਈ ਵੀ ਕਰਜ਼ਾ, ਤੋਹਫਾ, ਟੈਕਸ ਵਗੈਰਾ ਨਹੀਂ ਲਵੇਗਾ, ਠੀਕ ਹੈ, ਨਾ ਹੀ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰੇਗਾ, ਨਾ ਹੀ ਸੈਨਿਕਾਂ ਨੂੰ ਲੋਕਾਂ ਦੇ ਘਰਾਂ ਵਿੱਚ ਠਹਿਰਨ ਲਈ ਮਜਬੂਰ ਕਰੇਗਾ, ਨਾ ਹੀ ਕੋਈ ਮਾਰਸ਼ਲ ਲਾ ਲਾਗੂ ਕਰੇਗਾ। ਇੱਥੇ 3-4 ਕਾਨੂੰਨ ਬਣਾਏ, ਇੱਥੇ 3-4 ਹੋਰ ਕਾਨੂੰਨ ਬਣਾਤੇ, 6 ਕਾਨੂੰਨ ਲਾਗੂ ਹੋ ਗਏ ਤੇਰੇ, ਠੀਕ ਹੈ। ਫਿਰ 1600 ਜਦੋਂ ਲੋੜ ਪਈ, ਜਦੋਂ ਸਪੇਨ ਦੇ ਵਿਰੁੱਧ ਯੁੱਧ ਜਾਰੀ ਰੱਖਣ ਲਈ। ਹੁਣ ਆ ਗਿਆ ਅਧਿਕਾਰ ਪੱਤਰ 1689। 1688 ਦੀ ਸ਼ਾਨਦਾਰ ਕ੍ਰਾਂਤੀ ਖਤਮ ਹੋ ਜਾਣ ਪਿੱਛੋਂ 1699 ਵਿੱਚ ਬਾਦਸ਼ਾਹ ਵਿਲੀਅਮ ਦੁਆਰਾ ਇੱਕ ਸਭਾ ਬੁਲਾਈ ਗਈ, ਜਿਸ ਵਿੱਚ ਭੂਤਪੂਰਵ ਸੰਸਦ ਦੇ ਮੈਂਬਰ, ਵੱਡੇ ਲਾਰਡਸ ਅਤੇ ਲੰਡਨ ਦੇ ਮੇਅਰ ਸ਼ਾਮਲ ਹੋਏ। ਇਸ ਸਭਾ 'ਚ ਬਾਦਸ਼ਾਹ ਦੁਆਰਾ ਇੱਕ ਅਧਿਕਾਰ ਪੱਤਰ 'ਤੇ ਸਾਈਨ ਕੀਤੇ ਗਏ, ਜਿਸ ਅਧੀਨ ਫਿਰ ਕੰਡੀਸ਼ਨ ਲਾਗੂ ਕੀਤੀਆਂ ਗਈਆਂ ਕਿ ਜਿਹੜਾ ਬਾਦਸ਼ਾਹ ਵਾ ਨਾ ਉਹ ਸੰਸਦ ਦੇ ਕਾਨੂੰਨਾਂ ਨੂੰ ਰੱਦ ਨਹੀਂ ਕਰ ਸਕਦਾ। ਤੁਹਾਨੂੰ ਪਤਾ ਕਾਨੂੰਨ ਕਿਹਦੇ ਦੁਆਰਾ ਬਣਦੇ ਆ, ਸੰਸਦ ਦੁਆਰਾ। ਤੇ ਹੁਣ ਜਿਹੜੇ ਸੰਸਦ ਨੇ ਕਾਨੂੰਨ ਬਣਾਏ ਆ, ਬਿੱਲ ਪਾਸ ਕਰਕੇ ਬਾਦਸ਼ਾਹ ਨੂੰ ਉਹਨੂੰ ਸਾਈਨ ਕਰਨ ਲਈ ਭੇਜਣੇ ਹੁੰਦੇ ਆ, ਤੇ ਬਾਦਸ਼ਾਹ ਉਹਨੂੰ ਨਾ ਨਹੀਂ ਕਰ ਸਕਦਾ, ਸੁਜੈਸਟ ਕਰ ਸਕਦਾ, ਬਟ ਨਾ ਨਹੀਂ ਕਰ ਸਕਦਾ ਕਿ ਮੈਂ ਇਸ ਬਿੱਲ ਉੱਤੇ ਸਾਈਨ ਕਰਨਾ ਹੀ ਆ, ਠੀਕ ਹੈ। ਸੰਸਦ ਦੇ ਵਿਸ਼ੇਸ਼ ਅਧਿਕਾਰਾਂ ਦੀ ਰਾਖੀ ਕੀਤੀ ਜਾਏਗੀ। ਸੰਸਦ ਦੀ ਪ੍ਰਵਾਨਗੀ ਤੋਂ ਬਿਨਾਂ ਟੈਕਸ ਨਹੀਂ ਲਗਾਇਆ ਜਾਏਗਾ। ਸੰਸਦ ਦਾ ਇਜਲਾਸ ਸਾਲ ਵਿੱਚ ਇੱਕ ਵਾਰੀ ਬੁਲਾਉਣਾ ਜ਼ਰੂਰੀ ਹੋਵੇਗਾ। ਸ਼ਾਂਤੀ ਕਾਲ ਵਿੱਚ ਬਾਦਸ਼ਾਹ ਸੰਸਦ ਦੀ ਪ੍ਰਵਾਨਗੀ ਤੋਂ ਬਿਨਾਂ ਸਥਾਈ ਫੌਜ ਵਗੈਰਾ ਨਹੀਂ ਰੱਖ ਸਕਦਾ ਹੈਗਾ, ਠੀਕ ਹੈ। ਇਹ ਸਾਰੇ ਜਿਹੜੇ ਹੈਗੇ ਕਾਨੂੰਨ ਲਾਗੂ ਹੋਏ। ਹੁਣ ਸੰਸਦੀ ਕਾਨੂੰਨ ਕਿਹੜੇ ਆ? ਇਸ ਤੋਂ ਬਿਨਾਂ ਕਾਨੂੰਨ ਜਿਹੜੇ ਹੈਗੇ ਆ ਹੋਰ ਬਣੇ, ਹੈਬੀਅਸ ਕਾਰਪਸ ਐਕਟ ਆਫ ਸੈਟਲਮੈਂਟ, ਸਪੈਟੀਨਲ ਐਕਟ, ਸੁਧਾਰ ਕਾਨੂੰਨ, ਮਿਊਨਿਸਪਲ ਕਾਰਪੋਰੇਸ਼ਨ, ਸੰਸਦੀ ਮਿਊਨਿਸਪਲ ਚੋਣ ਐਕਟ, ਜੁਡੀਸ਼ੀਅਲ ਐਕਟ, ਇਹ ਸਭ ਬਹੁਤ ਸਾਰੇ ਕਾਨੂੰਨ ਵਗੈਰਾ ਬਣੇ। ਸੋ ਸਿੱਟਾ ਆਪਣਾ ਨਿਕਲਦਾ ਹੈ ਕਿ ਉੱਪਰ ਲਿਖੀਆਂ ਸ਼ਰਤਾਂ ਨੂੰ ਪੜ੍ਹਨ ਤੋਂ ਪਿੱਛੋਂ ਅਸੀਂ ਸਿੱਟੇ 'ਤੇ ਪਹੁੰਚਦੇ ਹਾਂ ਕਿ ਬਰਤਾਨੀਆ ਦਾ ਸੰਵਿਧਾਨ ਸੱਚਮੁੱਚ ਹੀ ਸੰਯੁਕਤ ਜੂਨਾ ਸੰਵਿਧਾਨ ਹੈ। ਸਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਸੰਵਿਧਾਨਕ ਸੰਸਥਾਵਾਂ ਸੰਯੁਕਤ ਇਤਫਾਕ ਦੀ ਉਪਜ ਹਨ, ਜਦਕਿ ਬਹੁਤ ਸਾਰੀਆਂ ਸੰਸਥਾਵਾਂ ਵਿਵਸਥਾਵਾਂ ਮਹਾਚਾਰਟਰ, ਬੇਨਤੀ ਪੱਤਰ, ਸੰਸਦ ਕਾਨੂੰਨਾਂ ਦੀ ਉਪਜ ਵੀ ਹਨ। ਇਹਨੂੰ ਥੋੜਾ ਹੋਰ ਈਜ਼ੀ ਕਰਨ ਲਈ ਮੈਂ ਥੋੜੇ ਸ਼ਾਰਟ ਨੋਟ ਬਣਾਏ ਆ, ਉਸ ਨੂੰ ਨਜ਼ਰ ਮਾਰ ਲਓ। 2 ਸਦਨੀ ਵਿਧਾਨ ਮੰਡਲ ਦਾ ਵਿਕਾਸ ਕਿਵੇਂ ਹੋਇਆ? 1066 ਵਿੱਚ ਨਾਰਮੈਂਡੀ ਨੇ ਜਦੋਂ ਮਹਾਨ ਪ੍ਰੀਸ਼ਦ ਵਗੈਰਾ ਬੁਲਾਈ, ਉਹਦੇ ਵਿੱਚ ਕੌਣ ਸੀ? ਜਗੀਰਦਾਰ, ਆਮ ਵਿਅਕਤੀ, ਠੀਕ ਆ, ਇਹਨਾਂ ਨੂੰ ਸ਼ਾਮਿਲ ਕੀਤਾ ਗਿਆ। ਤੇ ਕਿਸ ਲਈ ਬੁਲਾਇਆ ਗਿਆ ਸੀ? ਧਨ ਬਿੱਲ ਪਾਸ ਕਰ ਲਈ, ਠੀਕ ਹੈ। ਦੈਨ ਆਫਟਰ ਮੁੜ ਕੇ 1213 ਵਿੱਚ ਕਿੰਗ ਜੋਹਨ ਨੇ ਮਲਪੀ ਇਜਲਾਸ ਬੁਲਾਇਆ। ਫਿਰ 1995 ਵਿੱਚ ਐਡਵਰਡ I ਨੇ ਇਜਲਾਸ ਬੁਲਾਇਆ ਗਿਆ। ਇਹਦੇ ਵਿੱਚ ਮੁੜ ਕੇ 3 ਟਾਈਪ ਦੇ ਲੋਕ ਆ ਗਏ, ਜਗੀਰਦਾਰ ਆ ਗਏ, ਕਲਰਜੀਸ ਆ ਗਏ, ਕਾਮਨਰਸ ਵਗੈਰਾ ਆ ਗਏ। ਤੇ ਇਹ ਜਿਹੜੀ ਕਿ ਮਲਪੀ ਇੱਕ ਵਿਕਾਸ ਹੋਇਆ ਜਿਹਦੇ ਵਿੱਚ ਜਿਹਨੂੰ ਆਪਾਂ ਪਾਰਲੀਮੈਂਟ ਵਗੈਰਾ ਕਹਿ ਦਿੰਦੇ ਆ। ਦੈਨ ਆਫਟਰ ਮੰਤਰੀ ਮੰਡਲ ਦਾ ਵਿਕਾਸ ਕਿਵੇਂ ਹੋਇਆ? ਐਂਗਲੋ ਸੈਕਸਨ ਕਾਲ ਵਿੱਚ ਇਹਨੂੰ ਵਾਈਟਨ ਕੈਬਨਿਟ ਕਿਹਾ, ਨਾਰਮਨ ਕਾਲ ਵਿੱਚ ਮਹਾਪਰਿਸ਼ਦ, ਕਿਊਰੀ ਰਿਲੀਜੀਅਸ, ਟਿਊਡਰ ਕਾਲ ਵਿੱਚ ਇਹਨੂੰ ਪ੍ਰੀਵੀ ਕੌਂਸਲ ਕਿਹਾ ਗਿਆ। ਬਾਅਦ ਵਿੱਚ ਇਹਨੂੰ ਕੈਬਲ ਬੋਲਿਆ ਗਿਆ। ਕੈਬਲ ਯਾਨੀ ਕਿ ਜਿਹੜੇ ਉਹਦੇ ਮੰਤਰੀ ਹੀ ਵਿਸ਼ਵਾਸ ਪਾਤਰ 5 ਮੈਂਬਰ ਸੀ, ਉਹਦੇ ਪਹਿਲੇ ਅੱਖਰਾਂ ਦੇ ਨਾਮ ਵਗੈਰਾ ਲੈ ਗਏ। ਫਿਰ ਉਸੇ ਕਿਉਂਕਿ ਉਹ ਇੱਕ ਕਮਰੇ 'ਚ ਮਲਪੀ ਮੀਟਿੰਗ ਕਰਦੇ, ਇਸ ਕਰਕੇ ਇਹਨੂੰ ਕੈਬਨਿਟ ਕਿਹਾ ਗਿਆ। ਦੈਨ ਆਫਟਰ ਪ੍ਰਧਾਨ ਮੰਤਰੀ ਅਹੁਦੇ ਦਾ ਵਿਕਾਸ ਕਿਵੇਂ ਹੋਇਆ? 1714 ਵਿੱਚ ਜਦੋਂ ਜਾਰਜ ਸੈਕੰਡ ਜਰਮਨ ਦੇ ਹੈਨੋਵਰ ਦਾ ਜਿਹੜਾ ਹੈਗਾ ਸੀ, ਉਹਨੂੰ ਕੋਈ ਇੰਟਰਸਟ ਹੀ ਨਹੀਂ ਸੀ ਕਿ ਮੈਂ ਪੋਲੀਟਿਕਸ ਵਿੱਚ ਮਲਪੀ ਜਾਵਾਂ, ਨਾ ਹੀ ਉਹਨੂੰ ਇੰਗਲਿਸ਼ ਵਗੈਰਾ ਕੁਛ ਆਉਂਦੀ ਵਗੈਰਾ ਸੀ। ਇਸ ਚੀਜ਼ ਦਾ ਸਾਰਾ ਫਾਇਦਾ ਜਿਹੜਾ ਹੈਗਾ ਰਾਬਰਟ ਵਾਲਪੋਲ ਨੇ ਉਠਾਇਆ ਤੇ ਰਾਬਰਟ ਵਾਲਪੋਲ ਐਜ਼ ਏ ਪ੍ਰਾਈਮ ਮਿਨਿਸਟਰ ਬਣ ਗਿਆ। ਜਾਰਜ ਸੈਕੰਡ ਨੇ ਵੀ ਨਹੀਂ ਕੋਈ ਇੰਟਰਸਟ ਸ਼ੋ ਕੀਤਾ। ਜਾਰਜ ਥਰਡ ਨੇ ਕੋਸ਼ਿਸ਼ ਕੀਤੀ, ਬਟ ਹੁਣ ਤੱਕ ਬਹੁਤ ਟਾਈਮ ਹੋ ਚੁੱਕਾ, ਲੇਟ ਹੋ ਚੁੱਕਾ ਸੀ। ਤੇ ਜਿਹੜਾ ਰਾਬਰਟ ਵਾਲਪੋਲ ਸੀ, ਉਹਨੇ ਆਪਣਾ ਵੱਖਰਾ ਹੀ 10 ਡਾਊਨਿੰਗ ਸਟਰੀਟ ਵਿੱਚ ਇੱਕ ਆਪਣਾ ਆਫਿਸ ਕਾਇਮ ਕਰ ਲਿਆ ਸੀ। ਤੇ 1730 ਵਿੱਚ ਡਾਊਨਮੈਂਟ ਨੂੰ ਅਸਤੀਫਾ ਦੇਣ ਲਈ ਵੀ ਕਿਹਾ ਗਿਆ ਸੀ। ਨੈਕਸਟ ਹੈ ਬੇਟਾ ਕਿ ਕਾਮਨ ਸਦਨ ਦੀ ਜਿਹੜੀ ਹੈਗੀ ਮਲਪੀ ਮੈਜੋਰਟੀ ਕਿਉਂ ਲੈਣੀ ਪੈਂਦੀ ਆ? ਇਹਦੀ ਵੀ ਇੱਕ ਸਿਧਾਂਤ ਬਣਿਆ, ਕੋਇਨਸੀਡੈਂਸ ਰਾਹੀਂ ਬਣਿਆ ਕਿ ਰਾਬਰਟ ਵਾਲਪੋਲ ਨੂੰ ਕਿਹਾ ਸੀ ਕਿ ਤੂੰ ਕਾਮਨ ਸਦਨ ਵਿੱਚ ਆਪਣੀ ਮੈਜੋਰਟੀ ਹਾਸਲ ਕਰ। ਉਹਨੂੰ ਮੈਜੋਰਟੀ ਨਹੀਂ ਮਿਲੀ ਤੇ ਫਾਰ ਦਿਸ ਰੀਜ਼ਨ ਉਸ ਨੂੰ ਅਸਤੀਫਾ ਦੇਣਾ ਪਿਆ। ਇਸੇ ਤਰ੍ਹਾਂ ਥੈਰਸਾ ਮੇ ਨੂੰ ਵੀ ਜਿਹੜਾ ਈਯੂ ਦਾ ਜਿਹੜਾ ਮੁੱਦਾ ਸੀ, ਜਿਹਦੇ ਵਿੱਚ ਬ੍ਰੈਕਜ਼ਿਟ ਡੀਲਸ ਹੋਏ ਸੀ, ਉਹਦੇ ਵਿੱਚ ਮੈਜੋਰਟੀ ਹਾਸਲ ਨਹੀਂ ਕਰ ਪਾਈ, ਉਹਨੂੰ ਵੀ ਅਸਤੀਫਾ ਦੇਣਾ ਪਿਆ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਹਮੇਸ਼ਾ ਹੇਠਲੇ ਸਦਨ ਵਿੱਚ ਹੀ ਕਿਉਂ ਆਉਂਦਾ ਹੈ? ਇਹਦੀ ਵੀ ਇੱਕ ਮਲਪੀ ਇਤਿਹਾਸ ਹੈ ਕਿ 1902 ਵਿੱਚ ਪ੍ਰਾਈਮ ਮਿਨਿਸਟਰ ਸਾਲਸਬਰੀ ਮਲਪੀ ਵਿੱਚੋਂ ਲਿਆ ਗਿਆ। ਉਹਦੇ ਫਿਰ ਰਿਜ਼ਾਈਨ ਦੇਣ ਤੋਂ ਬਾਅਦ
ਲਾਰਡ ਹਾਊਸ ਵਿੱਚੋਂ ਪ੍ਰਾਈਮ ਮਿਨਿਸਟਰ ਨਹੀਂ ਬਣਾਇਆ ਗਿਆ। ਜਦੋਂ ਉਹਨੇ ਮਤਲਬ ਕਿ ਇੱਕ ਵਾਰੀ ਰਿਜ਼ਾਈਨ ਦੇਤਾ ਲਾਰਡ ਸਦਨ ਦਾ CEO, ਤਾਂ ਉਸ ਤੋਂ ਬਾਅਦ ਮੁੜ ਕੇ ਬਾਅਦ 'ਚ ਕਦੇ ਹੋਇਆ ਨਹੀਂ ਕਿ ਮਤਲਬ ਕਿ ਉੱਪਰਲੇ ਸਦਨ ਵਿੱਚੋਂ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਹੋਵੇ। 1924 ਵਿੱਚ ਵੀ ਜਦੋਂ ਬਰਨਰ ਲਾ ਦਾ ਨੇ ਰਿਜ਼ਾਈਨ ਕੀਤਾ ਤਾਂ ਜਾਰਜ ਫਿਫਥ ਨੇ ਕੋਸ਼ਿਸ਼ ਕੀਤੀ ਸੀ ਕਿ ਇਹਨੂੰ ਮਤਲਬ ਕਿ ਜਿਹੜਾ ਹੈਗਾ ਉਹਨੇ ਵੀ ਜਿਹੜਾ ਕਾਮਨ ਸਦਨ ਉਹਦੇ ਵਿੱਚੋਂ ਹੀ ਉਹਨੂੰ ਪ੍ਰਾਈਮ ਮਿਨਿਸਟਰ ਚੂਜ਼ ਕੀਤਾ। ਫਿਰ ਕਲੈਕਟਿਵ ਰਿਸਪੌਂਸਿਬਿਲਿਟੀ ਕਿਵੇਂ ਹੈ, ਜਦੋਂ ਰਾਬਰਟ ਪਾਲ ਨੇ ਅਸਤੀਫਾ ਦਿੱਤਾ ਸੀ ਤੇ ਇਕੱਲਾ ਉਹਨੇ ਅਸਤੀਫਾ ਨਹੀਂ ਦਿੱਤਾ ਸੀ, ਜਿਹੜੇ ਵੀ ਉਹਦੇ ਸਾਰੇ ਮੰਤਰੀ ਸੀ, ਉਹਦੀ ਸਰਕਾਰ ਦੇ ਮੰਤਰੀ ਸੀ ਜਾਂ ਕੁਛ, ਉਹਨੇ ਸਾਰਿਆਂ ਨੂੰ ਅਸਤੀਫਾ ਦੇਣਾ ਪਿਆ ਸੀ। ਇਕਰੂਪਤਾ ਕਿਵੇਂ ਆ ਕਿ ਜਦੋਂ ਟੋਰੀ ਤੇ ਵਿਗਸ ਦੋ ਪਾਰਟੀਆਂ ਬਣੀਆਂ ਸੀ, ਉਹਨਾਂ ਦਾ ਇਤਿਹਾਸ ਤੁਹਾਨੂੰ ਦੱਸਿਆ ਹੈਗਾ ਵਾ, ਤੇ ਉਹਦੇ ਵਿੱਚ ਜਿਹੜੀ ਹੈਗੀ ਆ ਜਦੋਂ ਇੱਕ ਪਾਰਟੀ ਨੂੰ ਮੈਜੋਰਟੀ ਦਿੱਤੀ ਗਈ ਕਿ ਹਾਂ ਤੁਸੀਂ ਸਰਕਾਰ ਬਣਾਓ, ਤੇ ਉਹਨਾਂ ਨੇ ਆਪਣੇ ਜਿਹੜੇ ਮੰਤਰੀ ਵੀ ਇੱਕੋ ਪਾਰਟੀ ਵਿੱਚ ਲੈ ਲਏ ਤੇ ਇਟ ਮੀਨਸ ਰਾਜਨੀਤਿਕ ਇਕਰੂਪਤਾ ਸਥਾਪਿਤ ਹੋ ਗਈ। ਬੁੱਧੀ ਤੇ ਜੋ ਇਹਨਾਂ ਨੇ ਨਤੀਜਾ ਕੀ ਆ, ਮੈਗਨਾ ਕਾਰਟ ਦਾ ਤੁਹਾਡੀ ਗੱਲ ਆ ਜਾਣੀ ਹੈਗੀ ਆ। ਉਹਦੇ ਵਿੱਚ ਕਿੰਗ ਜੋਹਨ ਦੁਆਰਾ ਜਿਹੜਾ ਚਾਰਟਰ ਤੇ ਸਾਈਨ ਕਰਵਾਇਆ ਜਾਂਦਾ, ਕਿਉਂ ਜਿਹੜੀ ਗੱਲੋਂ, ਕਿਉਂਕਿ ਉਹ ਧਨ ਲੈਣਾ ਚਾਹੁੰਦਾ ਸੀ ਜਿਹੜਾ ਬਾਦਸ਼ਾਹ ਸੀ। ਕੰਡੀਸ਼ਨ ਲਾਗੂ ਕੀਤੀਆਂ ਗਈਆਂ ਕਿ ਜਦੋਂ ਨਾਈਟ ਨੂੰ ਉਪਾਧੀ ਦੇਂਗਾ ਜਾਂ ਡਾਟਰ ਦੀ ਮੈਰਿਜ ਕਰੇਗਾ ਜਾਂ ਫਰੀडम ਫਰੋਮ ਦਾ ਐਨਮੀਸਾ ਪ੍ਰਿਜ਼ਨ ਜਾਂ ਸੰਵਿਧਾਨ, ਮਤਲਬ ਕਿ ਇਸ ਦੇ ਆਧਾਰ ਤੇ ਤੁਹਾਨੂੰ ਜਿਹੜੀ ਹੈਗੀ ਆ ਕਿ ਮਤਲਬ ਕਿ ਪੈਸੇ ਦਿੱਤੇ ਜਾਣਗੇ। ਤੇ ਫਾਰ ਦਿਸ ਰੀਜ਼ਨ ਇਸ ਨੂੰ ਸੰਵਿਧਾਨ ਦੀ ਬਾਈਬਲ ਵੀ ਕਿਹਾ ਜਾਂਦਾ ਜਾਂ ਕਨਸਟੀਟਿਊਸ਼ਨ ਆਫ ਮਨਾਰਚੀ ਵੀ ਕਿਹਾ ਜਾਂਦਾ। ਫਿਰ ਅਧਿਕਾਰਾਂ ਦੀ ਬੇਨਤੀ ਪੱਤਰ 1628 ਵਿੱਚ ਜਿਹੜਾ ਹੈਗਾ ਉਹ ਪਾਸ ਹੋਇਆ। ਇਹਦੇ ਵਿੱਚ ਵੀ ਕੰਡੀਸ਼ਨਸ ਲਾਗੂ ਕਰਤੀਆਂ ਕਿ ਮਤਲਬ ਕਿ ਤੂੰ ਮਤਲਬ ਕਿ ਜਿਹੜਾ ਹੈਗਾ ਵਾ ਕਿ ਟੈਕਸ ਲੋਨ ਗਿਫਟ ਵਗੈਰਾ ਨਹੀਂ ਲਵੇਂਗਾ ਆਮ ਪਬਲਿਕ ਕੋ, ਠੀਕ ਆ, ਵਿਦਾਊਟ ਪਰਮਿਸ਼ਨ ਤੋਂ ਗ੍ਰਿਫਤਾਰੀ ਨਹੀਂ ਕਰੇਗਾ। ਬਾਦਸ਼ਾਹ ਨੂੰ ਕਿਹਾ ਗਿਆ, ਠੀਕ ਆ, ਆਰਮੀਜ਼ ਜਿਹੜੀ ਹੈਗੀ ਆਮ ਪਬਲਿਕ ਦੇ ਜਿਹੜੇ ਹਾਊਸ ਵਿੱਚ ਸਟੇ ਵਗੈਰਾ ਨਹੀਂ ਹੋ ਸਕਦੀ, ਤੇ ਨਾ ਹੀ ਤੁਸੀਂ ਮਾਰਸ਼ਲ ਲਾ ਜਿਹੜਾ ਹੈਗਾ ਲਾਗੂ ਕਰ ਸਕਦੇ ਹੈਗੇ। ਫਿਰ ਇੱਕ ਅਧਿਕਾਰ ਪੱਤਰ 1689 ਪਾਸ ਹੋਇਆ, ਜਿਹਦੇ ਵਿੱਚ ਕਿਹਾ ਗਿਆ ਕਿ ਸੰਸਦ ਜਿਹੜਾ ਵਿਲੀਅਮ ਜਿਹੜਾ ਰਾਜਾ ਵਾ ਉਹ ਸੰਸਦ ਦੇ ਕਾਨੂੰਨ ਨੂੰ ਰੱਦ ਨਹੀਂ ਕਰ ਸਕਦਾ ਗਾ, ਵਿਸ਼ੇਸ਼ ਅਧਿਕਾਰਾਂ ਦੀ ਰਾਖੀ ਹੋਵੇਗੀ, ਟੈਕਸ ਨਹੀਂ ਲੈ ਸਕਦਾ, ਇਜਲਾਸ ਟਾਈਮ ਟੂ ਟਾਈਮ ਬੁਲਾਉਣਾ ਪਵੇਗਾ, ਸਥਾਈ ਫੌਜ ਰੱਖਣ ਦੀ ਮਨਾਹੀ ਹੋਵੇਗੀ, ਤੇ ਇਸ ਤੋਂ ਇਲਾਵਾ ਸੁਪਰਮੈਸੀ ਆਫ ਦਾ ਪਾਰਲੀਮੈਂਟ ਵਗੈਰਾ ਹੀ ਹੋਵੇਗੀ। ਕਹਿੰਦਾ ਭਾਵ ਕਿ ਉੱਥੇ ਜਿਹੜੇ ਹੈਗੇ ਆ ਬਾਦਸ਼ਾਹ ਨਾ ਮਾਤਾ ਦਾ ਹੀ ਆ, ਪਾਰਲੀਮੈਂਟ ਨੂੰ ਜੇਕਰ ਕਿਹਾ ਜਾਵੇ ਤਾਂ ਉਹੀ ਅਸਲੀ ਸਾਰੀ ਸਰਕਾਰ, ਉਹੀ ਸਾਰਾ ਸਿਸਟਮ ਵਗੈਰਾ ਚਲਾਉਂਦਾ। ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ, ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਫਸਟ ਟਾਈਮ ਚੈਨਲ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕਸ ਬੇਟਾ।